ਜੂਨ ਮਹੀਨੇ ਤੋਂ ਚੱਲਦਾ ਆ ਰਿਹਾ ਕਿਸਾਨੀ ਸੰਘਰਸ਼। ਇਸ ਕਿਸਾਨੀ ਸੰਘਰਸ਼ ਨੂੰ ਹਰ ਤਰ੍ਹਾਂ ਜਿਹੜਾ ਹੈਗਾ ਮੀਡੀਆ ਵੱਲੋਂ ਵੀ, ਵਿਦਵਾਨਾਂ ਵੱਲੋਂ ਵੀ ਅਲੱਗ-ਅਲੱਗ ਢੰਗ ਨਾਲ ਦੇਖਿਆ ਜਾ ਰਿਹਾ, ਅਲੱਗ-ਅਲੱਗ ਸਾਂਚੇ 'ਚ ਪਾ ਕੇ ਦੇਖਿਆ ਜਾ ਰਿਹਾ। ਕੋਈ ਇਸ ਨੂੰ ਕਿਸ ਤਰ੍ਹਾਂ ਦੇਖ ਰਿਹਾ, ਕੋਈ ਕਿਸ ਤਰ੍ਹਾਂ ਦੇਖ ਰਿਹਾ। ਅੱਜ ਅਸੀਂ ਇਸ ਵਿਸ਼ੇ ਬਾਰੇ ਕਿ ਇਸ ਕਿਸਾਨੀ ਦਾ ਜਿਹੜਾ ਸੰਘਰਸ਼ ਹੈ ਇਹਦਾ ਕੀ ਸਰੂਪ ਹੈ, ਇਹ ਆਪਣੇ ਨਾਲ ਕੀ ਕੁਛ ਲੈ ਕੇ ਚੱਲਿਆ ਵਾ, ਕੀ ਮਿੱਥਾਂ ਨੂੰ ਤੋੜ ਰਿਹਾ ਵਾ, ਜਾਂ ਕਿੱਦਾਂ ਇਹਦੀ ਦਿਸ਼ਾ ਹੋਣੀ ਚਾਹੀਦੀ ਹੈ, ਉਹਦੇ ਬਾਰੇ ਗੱਲ ਕਰਾਂਗੇ। ਸੁਰਖਲੀ ਪੇਪਰ ਹੈ, ਉਹਦੇ ਸੰਪਾਦਕ ਨੇ ਪਵੇਲ ਕੁੱਸਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਕਿਸਾਨੀ ਸੰਘਰਸ਼ ਦੀ ਡਾਇਰੈਕਸ਼ਨ ਦੇ ਬਾਰੇ। ਸੋ ਪਵੇਲ, ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ। ਧੰਨਵਾਦ ਜੀ। ਪਵੇਲ, ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਇਸ ਕਿਸਾਨੀ ਸੰਘਰਸ਼ ਹੈ, ਇਸ ਸੰਘਰਸ਼ ਨੂੰ ਬਹੁਤ ਸਾਰੇ ਲੋਕ ਤਰ੍ਹਾਂ ਦਾ ਡਿਜ਼ਾਈਨ ਕਰ ਰਹੇ ਨੇ। ਕੋਈ ਇਹਨੂੰ ਖਾਲਿਸਤਾਨੀ ਕਹਿ ਰਿਹਾ, ਕੋਈ ਇਹਨੂੰ ਜਿਹੜਾ ਕਹਿ ਰਿਹਾ ਫੈਡਰਲ ਢਾਂਚੇ ਦੀ ਲੜਾਈ ਵਜੋਂ ਦੇਖ ਰਿਹਾ, ਕੋਈ ਕਿਵੇਂ ਦੇਖ ਰਿਹਾ। ਪਹਿਲਾ ਹੀ ਸਵਾਲ ਹੈ, ਅੱਗੇ ਬਾਕੀ ਗੱਲਾਂ ਫਿਰ ਕਰਾਂਗੇ। ਇੱਕ ਬੁੱਧੀਜੀਵੀ ਦੇ ਤੌਰ 'ਤੇ ਤੁਹਾਨੂੰ ਕੀ ਲੱਗਦਾ ਕਿ ਇਹਦੀ ਜਿਹੜੀ ਕੀ ਦਿਸ਼ਾ ਹੋਣੀ ਚਾਹੀਦੀ ਹੈ ਇਹਦੀ ਸਹੀ ਰੂਪ ਦੇ ਵਿੱਚ? ਹਾਂ ਜੋਗਿੰਦਰ, ਗੱਲ ਇਹ ਹੈ ਵੀ ਇਹ ਜਿਹੜਾ ਸੰਘਰਸ਼ ਹੈ ਇਹ ਸਾਰੇ ਹਲਕਿਆਂ ਲਈ ਇੱਕ ਮੌਕਾ ਬਣ ਕੇ ਆਇਆ ਹੈ ਆਪੋ ਆਪਣੀ ਸਿਆਸਤ ਨੂੰ, ਆਪਣੇ ਵਿਚਾਰਾਂ ਨੂੰ ਜਿਹੜਾ ਉਹ ਅੱਗੇ ਵਧਾਉਣ ਵਾਸਤੇ। ਉਸ ਪੱਖ ਤੋਂ ਇਹ ਗੱਲ ਤੁਹਾਡੀ ਠੀਕ ਹੈ ਵੀ ਜਿਹੜੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਸਮਾਜ ਦੇ ਅੰਦਰ ਆਪਣੇ ਹਿਸਾਬ ਨਾਲ ਤਬਦੀਲੀ ਚਾਹੁੰਦੀਆਂ ਉਹ ਸਾਰੀਆਂ ਇਹਦੇ 'ਚ ਲੱਗੀਆਂ ਹੋਈਆਂ। ਅਤੇ ਇਹ ਗੱਲ ਠੀਕ ਹੈ ਵੀ ਕੁਛ ਹਿੱਸੇ ਇਹਨੂੰ ਖਾਲਿਸਤਾਨ ਦਾ ਮੁੱਦਾ ਬਣਾਉਂਦੇ ਆ, ਕੁਛ ਇਹਨੂੰ ਪੰਜਾਬ ਦੀ ਹੋਂਦ ਕਹਿ ਕੇ, ਕੋਈ ਇਹਨੂੰ ਪਾਣੀਆਂ ਦੀ ਲੜਾਈ ਨਾਲ ਜੋੜ ਦਿੰਦਾ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ। ਇੱਕ ਵਿਸ਼ੇਸ਼ ਪੱਖ ਇਹ ਹੈ ਵੀ ਇੰਡੀਆ 'ਚ ਇਸ ਵੇਲੇ ਜਿਹੜਾ ਮੋਦੀ ਹਕੂਮਤ ਦਾ ਫਾਸ਼ੀ ਹਮਲਾ ਵਿੱਢਿਆ ਹੋਇਆ ਉਹਦੇ ਖਿਲਾਫ ਜਿਹੜੇ ਜਮਹੂਰੀ ਹਲਕੇ ਹੈ ਉਹ ਵੀ ਕਿੰਨੇ ਚਿਰ ਤੋਂ ਐਂ ਕਿਆਸਦੇ ਆ ਵੀ ਲੜਾਈ ਹੈ ਜਿਹੜੀ ਉਹ ਐਂ ਲੜਨੀ ਚਾਹੀਦੀ ਹੈ ਲੋਕਾਂ ਨੂੰ, ਜਿਵੇਂ ਹੁਣ ਨਿੱਤਰੇ ਹੈ। ਸਭ ਤੋਂ ਪਹਿਲਾਂ ਨੁਕਤਾ ਇਹ ਹੈ ਵੀ ਜਦੋਂ ਅਸੀਂ ਇਸ ਸੰਘਰਸ਼ ਦੀ ਦਿਸ਼ਾ ਦੇ ਸਵਾਲ ਨੂੰ ਸੰਬੋਧਿਤ ਹੁੰਦੇ ਹਾਂ, ਇਹ ਦਿਸ਼ਾ ਕਿਸੇ ਦੇ ਆਪ ਦੇ ਮਨ ਦੀ ਪੈਦਾਵਾਰ ਨਹੀਂ ਹੋ ਸਕਦੀ ਵੀ ਆਹ ਹੋਣੀ ਚਾਹੀਦੀ ਹੈ। ਵੀ ਜਿਵੇਂ ਕੋਈ ਜੀ ਕਰੇ ਵੀ ਇਹਨੂੰ ਰਾਜਾਂ ਦੇ ਅਧਿਕਾਰਾਂ ਦਾ ਅੰਦੋਲਨ ਬਣਾ ਦਿਓ, ਕਿਸੇ ਦਾ ਜੀ ਕਰੇ ਇਹਨੂੰ ਫਾਸ਼ੀਵਾਦ ਵਿਰੋਧੀ ਅੰਦੋਲਨ ਬਣਾ ਦਿਓ, ਐਂ ਜੀ ਦਾ ਸਵਾਲ ਨਹੀਂ। ਹਕੀਕਤ ਇਹ ਹੈ ਵੀ ਜਿਹੜੀ ਜਨਤਾ ਸੰਘਰਸ਼ ਦੇ ਅੰਦਰ ਹੈ ਉਹਦੇ ਸਰੋਕਾਰ ਕੀ ਹੈ, ਉਹਦੇ ਮਸਲੇ ਕੀ ਆ, ਉਹਨੂੰ ਕਿਹੋ ਜਿਹੀਆਂ ਸਮੱਸਿਆਵਾਂ, ਉਹਦੇ ਨਾਲ ਹੀ ਬਾਕੀ ਦਿਸ਼ਾ ਦੇ ਸਵਾਲ ਜੁੜੇ ਹੁੰਦੇ ਆ। ਜਿਵੇਂ ਇਹ ਕਿਸਾਨੀ ਦਾ ਘੋਲ ਹੈ ਮੁੱਖ ਤੌਰ 'ਤੇ, ਬਾਕੀ ਤਬਕੇ ਹਮਾਇਤ 'ਚ ਹੈ। ਕਿਸਾਨੀ ਦਾ ਸੰਕਟ ਕੀ ਹੈ? ਇਹ ਇਕੱਲੇ ਕਾਨੂੰਨ ਆਉਣ ਨਾਲ ਤਾਂ ਪੈਦਾ ਨਹੀਂ ਹੋਇਆ, ਇਹ ਉਦੋਂ ਪਹਿਲਾਂ ਦਾ ਸੰਕਟ ਹੈ। ਉਹ ਪਹਿਲਾਂ ਦਾ ਜਿਹੜਾ ਸੰਕਟ ਹੈ, ਜਿੰਨਾ ਚਿਰ ਅਸੀਂ ਉਸ ਸੰਕਟ ਦੇ ਹੱਲ ਦੀ ਗੱਲ ਨਹੀਂ ਕਰਾਂਗੇ ਉਨਾ ਚਿਰ ਇਹਦੀ ਦਿਸ਼ਾ ਦਾ ਸਵਾਲ ਅਸੀਂ ਠੀਕ ਢੰਗ ਨਾਲ ਨਜਿੱਠ ਨਹੀਂ ਰਹੇ ਹੋਵਾਂਗੇ। ਉਹ ਸੰਕਟ ਕੀ ਹੈ? ਇਹ ਸੰਕਟ ਮੁੱਖ ਤੌਰ 'ਤੇ ਭਾਰਤ ਦੀ ਖੇਤੀ ਹੈ ਜਿਹੜੀ ਉਹ ਬੇਹੱਦ ਪਛੜੀ ਖੇਤੀ ਰਹੀ ਹੈ ਹੁਣ ਤੱਕ, ਅਤੇ ਇਸ ਖੇਤੀ ਦੇ ਅੰਦਰ ਕਿਸਾਨ ਦੀ ਅੱਡ ਕਿਸਮਾਂ ਨਾਲ ਲੁੱਟ ਹੁੰਦੀ ਹੈ। ਉਹ ਲੁੱਟ ਹੈ ਜਿਹੜੀ ਉਹਦੇ ਨਾਲ ਹੀ ਜਿਹੜਾ ਕਿਸਾਨੀ ਦਾ ਸੰਕਟ ਜੁੜਿਆ ਹੋਇਆ, ਅਤੇ ਉਸ ਲੁੱਟ ਨੂੰ ਰੋਕਣਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਕੰਪਨੀਆਂ ਲੁੱਟ ਕਰਦੀਆਂ, ਸ਼ਾਹੂਕਾਰ ਲੁੱਟ ਕਰਦੇ ਆ, ਮੰਡੀਆਂ 'ਚ ਲੁੱਟ ਹੁੰਦੀ ਹੈ, ਆੜ੍ਹਤੀਏ ਲੁੱਟ ਕਰਦੇ ਆ, ਗਰੀਬ ਕਿਸਾਨ ਹੈ ਜਿਹੜਾ ਉਹਦੇ ਕੋਲ ਜ਼ਮੀਨ ਨਹੀਂ, ਉਹਦੀ ਠੇਕਾ ਉਹਨੂੰ ਦੇਣਾ ਪੈਂਦਾ, ਇਹਦੇ ਰੂਪ 'ਚ ਲੁੱਟ ਹੁੰਦੀ ਹੈ। ਇਹ ਜਿਹੜੇ ਸਾਰੇ ਲੁੱਟ ਦੇ ਰਾਹ ਇਹ ਬੰਦ ਕਰਨੇ, ਇਹ ਖੇਤੀ ਸੰਕਟ ਦਾ ਹੱਲ ਹੈ। ਇਹਨੂੰ ਬੰਦ ਕਰਨ ਵਾਸਤੇ ਬਹੁਤ ਵੱਡੇ ਕਦਮ ਚੱਕਣ ਦੀ ਲੋੜ ਹੈ, ਜਿਵੇਂ ਕੰਪਨੀਆਂ ਦੀ ਲੁੱਟ ਰੋਕਣ ਵਾਸਤੇ, ਕੰਪਨੀਆਂ ਨਾਲ ਸਮਝੌਤੇ ਰੱਦ ਕਰਨ ਵਾਸਤੇ, ਉਹਨਾਂ ਨੂੰ ਮੁਲਕ 'ਚੋਂ ਬਾਹਰ ਕਰਨ ਵਾਸਤੇ, ਇਹ ਜਿਹੇ ਬਹੁਤ ਸਾਰੇ ਕਦਮ ਚੱਕਣ ਦੀ ਲੋੜ ਹੈ। ਸਵਾਲ ਇਹ ਹੈ ਵੀ ਜਿਹੜਾ ਇਹ ਕਦਮ ਚੱਕਣ ਦੀ ਗੱਲ ਕਰੂਗਾ ਕਿਸਾਨੀ, ਤਾਂ ਅਸਲ 'ਚ ਉਹਨੂੰ ਹੁੰਗਾਰਾ ਭਰੂਗੀ ਅਸਲ 'ਚ। ਹਾਂ, ਭਟਕਾਟ 'ਚ ਆ ਕੇ, ਵਕਤੀ ਤੌਰ 'ਤੇ ਭੁਲੇਖੇ 'ਚ ਆ ਕੇ ਉਹ ਕਿਸੇ ਨੂੰ ਹੁੰਗਾਰਾ ਭਰਦੇ, ਪਰ ਉਹ ਕਾਮਯਾਬ ਨਹੀਂ ਹੋ ਸਕਦਾ। ਅੱਛਾ, ਇਹੀ ਜਿਹੜਾ ਹਰ ਇਸ ਵੇਲੇ ਕੋਈ ਵੀ ਦਿੱਤਾ ਜਾ ਰਿਹਾ ਸਿਆਸੀ ਨਾਅਰਾ, ਕੋਈ ਵੀ ਜਮਹੂਰੀ ਨਾਅਰਾ, ਉਹਦੀ ਸਾਰਥਕਤਾ ਵੀ ਇਸ ਗੱਲ 'ਚ ਹੈ ਵੀ ਉਹ ਆਪਦੇ ਆਪ ਨੂੰ ਕਿਸਾਨੀ ਸੰਕਟ ਦੇ ਇਸ ਨਾਲ ਹੱਲ ਕਰਨ ਨਾਲ ਜੋੜਦਾ। ਜਿਵੇਂ ਕੋਈ ਕਹਿੰਦਾ ਰਾਜਾਂ ਦੇ ਵੱਧ ਅਧਿਕਾਰਾਂ ਦਾ ਮਸਲਾ ਹੈ। ਰਾਜਾਂ ਦੇ ਵੱਧ ਅਧਿਕਾਰ ਕੀ ਕਰਨਗੇ ਜੇ ਉਹਨਾਂ ਨੇ ਕਿਸੇ ਰਾਜ ਨੇ ਅਧਿਕਾਰ ਲੈ ਕੇ ਮੋੜਵੇਂ ਰੂਪ ਦੇ ਵਿੱਚ ਸਟੇਟ ਨੂੰ ਇਹ ਅਖਤਿਆਰ ਮਿਲ ਜਾਣੇ ਆ ਇੱਥੋਂ ਦੀ, ਜਿਵੇਂ ਉਦਾਹਰਨ ਵਜੋਂ ਪੰਜਾਬ ਦੀ ਸਟੇਟ ਨੂੰ, ਵੀ ਉਹ ਕਿਸੇ ਵੀ WTO ਨਾਲ ਸਿੱਧਾ ਸਮਝੌਤਾ ਕਰ ਲੇ, ਇੱਥੇ ਆ ਕੇ ਉਹਨੂੰ ਕਾਰੋਬਾਰ ਕਰਨ ਦੀ ਇਜਾਜ਼ਤ ਦੇ ਦੇ। ਇਹ ਵੱਧ ਅਧਿਕਾਰ ਕੀ ਕਰਨਗੇ? ਇਸ ਕਰਕੇ ਹਵਾਲਾ ਨੁਕਤਾ ਕੀ ਹੈ? ਹਵਾਲਾ ਨੁਕਤਾ ਹੈ ਕਿ ਉਹ ਕਿਸਾਨਾਂ ਦੀ ਬਿਹਤਰੀ ਵਾਸਤੇ, ਉਹਨਾਂ ਦੀ ਲੁੱਟ ਬੰਦ ਕਰਨ ਵਾਸਤੇ ਕਿਹੋ ਜਿਹੇ ਕਦਮ ਚੁੱਕਣ ਦਾ ਜ਼ਰੀਆ ਬਣੂਗਾ, ਉਹ ਅਧਿਕਾਰ ਰਾਜ ਦਾ। ਇਹ ਇੰਪੋਰਟੈਂਟ ਗੱਲ ਹੈ। ਆਈ ਮੰਨ ਲਓ ਆਪਾਂ ਕਿਸੇ ਨੂੰ ਲੱਗਦਾ ਵੀ ਇਹ ਫਾਸ਼ੀਵਾਦ ਵਿਰੋਧੀ ਅੰਦੋਲਨ ਬਣਨਾ ਚਾਹੀਦਾ, ਬਿਲਕੁਲ ਇਹ ਮੇਰੀ ਆਪ ਦੀ ਸਮਝ ਹੈ, ਬਣਨਾ ਚਾਹੀਦਾ, ਇਹਦੀ ਬਹੁਤ ਜ਼ਿਆਦਾ ਲੋੜ ਹੈ। ਪਰ ਬਣੂਗਾ ਕਿਵੇਂ? ਇਹ ਕੀ ਐਂ ਬਣੂਗਾ ਵੀ ਅਸੀਂ ਕੋਈ ਜਮਹੂਰੀ ਦੀਆਂ ਗੱਲਾਂ ਕਰਨ ਲੱਗ ਜਾਈਏ, ਜਿਹੜੇ ਉਸ ਤਰ੍ਹਾਂ ਦੇ ਜਮਹੂਰੀ ਹਿੱਸੇ ਆ, ਪੜ੍ਹੇ ਲਿਖੇ ਆ, ਵਿਕਸਿਤ ਸੋਚਣ ਵਾਲੇ ਹਿੱਸੇ ਆ, ਐਂ ਨਹੀਂ ਬਣਦਾ। ਇਹ ਬਣਦਾ ਇਸ ਕਿਸਾਨਾਂ ਦੀ ਲਹਿਰ ਦੇ ਅੰਦਰ ਇਸ ਵੇਲੇ ਤੁਹਾਨੂੰ ਕਿਸਾਨਾਂ ਦੇ ਜਿਹੜੇ ਆ ਖੇਤੀ ਸੰਕਟ ਦੇ ਹੱਲ ਦੇ ਮਸਲੇ ਹੈ ਇਹ ਤੁਹਾਨੂੰ ਚੱਕਣੇ ਪੈਣਗੇ, ਇਹ ਮੂਹਰੇ ਲਿਆਉਣੇ ਪੈਣਗੇ। ਤੁਹਾਨੂੰ ਇਹਦੇ ਨਾਲ ਦਿਖੂਗਾ ਵੀ ਮੋਦੀ ਹਕੂਮਤ ਦਾ ਜਿਹੜਾ ਫਾਸ਼ੀ ਹਮਲਾ ਇਹ 'ਚ ਅੜਿੱਕਾ ਕਿਵੇਂ ਬਣਦਾ।
ਤੁਹਾਨੂੰ ਇਹਦੇ ਨਾਲ ਦਿਖੂਗਾ ਵੀ ਜੇ ਬੋਲਣ ਦੇ ਮਤਲਬ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ, ਉਹ ਹਮਲਾ ਸਾਨੂੰ ਇਸ ਰੂਪ 'ਚ ਨੁਕਸਾਨ ਪਹੁੰਚਾਉਂਦਾ ਵੀ ਅਸੀਂ ਆਪਦੀ ਲੁੱਟ ਰੋਕਣ ਵਾਸਤੇ ਬੋਲ ਨਹੀਂ ਸਕਦੇ। ਇਉਂ ਲੜਦੇ ਹੋਏ ਕਿਸਾਨ ਆ ਜਿਹੜੇ, ਉਹ ਇਸ ਗੱਲ ਨੂੰ ਸਮਝਣਗੇ ਅੱਛਾ ਵੀ ਜਿਹੜਾ ਮੋਦੀ ਦਾ ਹਮਲਾ ਹੈ ਇਹਦੇ ਖਿਲਾਫ ਵੀ ਸਾਡੀ ਲੜਾਈ ਬਣਦੀ, ਅਸੀਂ ਸੰਘਰਸ਼ ਤਾਂ ਕਰ ਸਕਾਂਗੇ। ਇਸ ਰੂਪ 'ਚ ਜਿਹੜੀ ਦਿਸ਼ਾ ਦਾ ਸਵਾਲ ਹੈ ਜਿਹੜਾ ਉਹ ਕਿਸਾਨੀ ਸੰਕਟ ਦੇ ਹੱਲ ਨਾਲ ਜੁੜਿਆ ਹੋਇਆ, ਉਹਨੂੰ ਜੇ ਅਸੀਂ ਕੇਂਦਰ 'ਚ ਰੱਖਾਂਗੇ ਤਾਂ ਅਸੀਂ ਇਹਦੀ ਠੀਕ ਦਿਸ਼ਾ ਤੈਅ ਕਰ ਸਕਾਂਗੇ ਤੇ ਕੋਈ ਵੀ ਨਾਰਾ ਇਹਦੇ ਹਵਾਲੇ ਨਾਲ ਹੀ ਪਰਖਿਆ ਜਾਣਾ। ਤੁਹਾਡਾ ਸਵਾਲ ਸੀਗਾ ਵੀ ਜੇ ਆਪਾਂ ਕਿਸਾਨੀ ਦੇ ਜਿਹੜੇ ਸਵਾਲਾਂ ਨੂੰ ਐਡਰੈਸ ਕਰਦੇ ਹਾਂ, ਪਰ ਜੇ ਆਪਾਂ ਹੁਣ ਕਿਸਾਨੀ ਦੇ ਸਵਾਲਾਂ ਨੂੰ ਵੀ ਐਡਰੈਸ ਕਰਦੇ ਹਾਂ ਤਾਂ ਫਿਰ ਕਹਾਣੀ ਜਾ ਕੇ ਉਹ ਸਿਸਟਮ ਤੇ ਆ ਜਾਂਦੀ ਹੈ ਜਿਹਨੇ ਖੇਤੀਬਾੜੀ ਨੂੰ ਇਸ ਹਾਲਤ ਤੱਕ ਲਿਆਂਦਾ ਹੈਗਾ। ਫਿਰ ਉਹ ਸਿਰਫ ਕਿਸਾਨੀ ਤੇ ਫੋਕਸ ਨਾ ਰਹਿ ਕੇ ਉਹ ਸਿਸਟਮ ਤੇ ਆਊਗਾ ਵੀ ਜਿਹੜੇ ਸਿਸਟਮ ਦੀ ਪੈਦਾਵਾਰ ਹੈ। ਬਿਲਕੁਲ ਬਿਲਕੁਲ ਸਵਾਲ ਤਾਂ ਫਿਰ ਪੋਲੀਟੀਕਲ ਬਣ ਗਿਆ। ਹਾਂ ਇਹ ਪੋਲੀਟੀਕਲ ਸਵਾਲ ਹੀ ਹੈ, ਇਹਦਾ ਹੱਲ ਵੀ ਪੋਲੀਟੀਕਲ ਹੈ। ਇਸੇ ਕਰਕੇ ਹੀ ਤਾਂ ਇਹ ਸਵਾਲ ਹੈ, ਬਹੁਤ ਵਾਰੀ ਕਿਸਾਨ ਯੂਨੀਅਨਾਂ ਨੂੰ ਲੋਕ ਪੁੱਛ ਲੈਂਦੇ ਆ ਵੀ ਫਿਰ ਤੁਸੀਂ ਇਹਦੀ ਅੱਗੇ ਦੀ ਡਾਇਰੈਕਸ਼ਨ ਕੀ ਦੇਖਦੇ ਹੋ, ਤੁਸੀਂ ਇਹਦਾ ਕੀ ਕਰੋਗੇ। ਠੀਕ, ਅਸੀਂ ਸਮਝਦੇ ਹਾਂ ਵੀ ਕਿਸਾਨ ਉਹ ਲੋਕਾਂ ਦੇ ਹੱਕਾਂ ਵਾਸਤੇ ਬਣੀਆਂ ਜਥੇਬੰਦੀਆਂ, ਉਹਦੇ ਕੋਲ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਨਹੀਂ, ਉਹਦਾ ਆਧਾਰ ਸਿਰਜ ਰਹੀਆਂ ਇਹਨਾਂ ਚੀਜ਼ਾਂ ਵਾਸਤੇ। ਲੋਕ ਮੈਦਾਨ 'ਚ ਆ ਰਹੇ ਆ, ਸਵਾਲ ਬਿਲਕੁਲ ਸਿਆਸੀ ਬਣਦਾ। ਇਸ ਇੱਥੋਂ ਤੱਕ ਜਾਂਦਾ ਸਵਾਲ ਵੀ ਠੀਕ ਹੈ, ਇਦੋਂ ਅੱਗੇ ਤੁਹਾਡੇ ਢਾਂਚੇ ਤੱਕ ਜਾਂਦਾ ਉਹ ਸਵਾਲ ਇੱਥੋਂ ਤੱਕ ਜਾਂਦਾ ਵੀ ਸਾਨੂੰ ਤਾਂ WTO 'ਚੋਂ ਬਾਹਰ ਆਉਣ ਦਾ ਇਸ਼ੂ ਆਊਗਾ। ਇਦੋਂ ਅੱਗੇ ਆਉਂਦਾ ਲੈਂਡ ਰਿਫਾਰਮ ਦਾ ਇਸ਼ੂ ਹੈ, ਸਾਨੂੰ ਜ਼ਮੀਨਾਂ ਵੰਡਣੀਆਂ ਪੈਣਗੀਆਂ, ਸਾਨੂੰ ਕੰਪਨੀਆਂ ਬਾਹਰ ਕਰਨੀਆਂ ਪੈਣਗੀਆਂ, ਜ਼ਮੀਨਾਂ ਵੰਡਣੀਆਂ ਪੈਣਗੀਆਂ। ਤੇ ਬਿਲਕੁਲ ਸਵਾਲ ਇੱਥੋਂ ਤੱਕ ਜਾਂਦਾ ਅਸੀਂ ਇਸ ਪਾਰਲੀਮੈਂਟ ਜਰੀਏ ਕਰ ਪਾਵਾਂਗੇ, ਨਹੀਂ ਕਰ ਸਕਣਾ। ਪਾਰਲੀਮੈਂਟ ਦੇ ਵਿੱਚ ਫਿਰ ਇਹਦਾ ਮਤਲਬ ਪਾਰਲੀਮੈਂਟ ਵਿਧਾਨ ਸਭਾ ਸਾਰਾ ਕੁਝ ਬਦਲਣ ਤੱਕ ਜਾਂਦਾ। ਇਹ ਤਾਂ ਮਹੱਤਵਪੂਰਨ ਸਵਾਲ ਹੈ। ਹੋਰ ਹੈ ਪਵੇਲ, ਜਿਵੇਂ ਤੁਸੀਂ ਇਹਨੂੰ ਸ਼ੁਰੂਆਤ ਕੀਤੀ ਹੈ, ਇਹ ਸੰਘਰਸ਼ ਨੂੰ ਜੋ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਨਾ ਕਈ ਸਾਰੇ ਸਵਾਲ, ਜਦੋਂ ਕੋਈ ਲੋਕ ਸੰਘਰਸ਼ ਚੱਲਦੇ ਨੇ ਨਾ, ਉਹ ਕਈ ਸਾਰੀਆਂ ਚੀਜ਼ਾਂ ਨਾਲ ਲੈ ਕੇ ਚੱਲਦੇ ਨੇ। ਜਿਵੇਂ ਇਹਦੇ ਵਿੱਚ ਕੀ ਆ, ਡਰੀ ਹੋਈ ਜਿਹੜੀ ਘੱਟ ਗਿਣਤੀ ਹੈ ਉਹ ਵੀ ਹੌਸਲੇ ਬੁਲੰਦ ਕਰਨ ਲੱਗੀ ਹੈ, ਮੁਸਲਮਾਨ ਜੁੜ ਰਹੇ ਨੇ, ਉਹੀ ਜਿਹੜਾ ਐਡਰੈਸ ਆ ਉਹ ਹੋਣ ਲੱਗ ਗਿਆ, ਫੈਡਰਲਿਜ਼ਮ ਦਾ ਮੁੱਦਾ ਵੀ ਹੋਣ ਲੱਗਾ, ਕਈ ਹੋਣ ਲੱਗ ਗਏ। ਹੁਣ ਮੰਨ ਲਓ ਕਿ ਸਰਕਾਰ ਨੇ ਕਿਸਾਨਾਂ ਦੇ 3 ਬਿੱਲ ਰੱਦ ਕਰ ਦਿੱਤੇ, ਹਾਲਾਂਕਿ ਉਹਨਾਂ ਦੀਆਂ ਵੀ ਪ੍ਰੋਬਲਮ ਨੇ, ਅੱਗੇ ਹੱਥ ਬੰਨੇ ਹੋਏ ਨੇ ਉਹਨਾਂ ਦੇ ਵੀ, ਇਹ ਹੋ ਗਿਆ। ਪਰ ਇਹਨੇ ਜਿਹੜੀਆਂ ਕਦਰਾਂ ਕੀਮਤਾਂ ਸਿਰਜੀਆਂ ਨੇ, ਫਿਰ ਉਹ ਕਦਰਾਂ ਕੀਮਤਾਂ ਦੀ ਲੜਾਈ ਅੱਗੇ ਕਿੱਥੇ ਤੱਕ ਜਾਊਗੀ, ਵੇ ਕਿੱਥੇ ਤੱਕ ਰੁਕਦੀ ਹੈ। ਕਿ ਕਿਸਾਨ ਸੰਘਰਸ਼ ਖਤਮ ਹੋ ਗਿਆ, ਫਿਰ ਜਿਹੜੀਆਂ ਵੈਲਿਊ ਸਿਰਜੀਆਂ ਗਈਆਂ ਉਹ ਛੜੱਪਾ ਫਿਰ ਅੱਗੇ ਪਿੱਛੇ ਨੂੰ ਲੱਗੂ, ਅੱਗੇ ਨੂੰ ਜਾਊਗਾ। ਨਹੀਂ ਇਹ ਰੁਕਦਾ ਨਹੀਂ। ਇਹ ਤਾਂ ਜਿਹੜੀ ਸੋਲਵ ਹੋ ਕੇ ਜੇ ਇਸ਼ੂ ਸੋਲਵ ਵੀ ਹੋ ਜਾਂਦਾ, ਮੰਨ ਲਓ ਕਾਨੂੰਨ ਵਾਪਸ ਵੀ ਹੋ ਜਾਂਦੇ ਆ, ਤਾਂ ਇਹ ਤਾਂ ਮੁਲਕ ਦੇ ਲੋਕਾਂ ਨੂੰ ਇੱਕ ਨਵਾਂ ਹਲਾਰਾ ਦੇਣ ਵਾਲੀ ਚੀਜ਼ ਬਣੂ। ਇਹ ਤਾਂ ਇਸ ਸੰਘਰਸ਼ ਦੇ ਅੰਦਰ ਸਭ ਤੋਂ ਵੱਡੀ ਗੱਲ, ਪਹਿਲੀ ਗੱਲ, ਮੋਦੀ ਦੇ ਜਿਹੜਾ ਉਹਨੇ ਫਿਰਕੂ ਨਰੇਟਿਵ ਸਿਰਜਿਆ ਹੋਇਆ ਨੈਸ਼ਨਲਿਜ਼ਮ ਦਾ ਤੇ ਫਿਰਕਾ ਪ੍ਰਸਤੀ ਦਾ, ਉਹ ਕੱਟਿਆ ਜਾ ਸਕਦਾ ਤੇ ਉਹਦੇ ਮੁਕਾਬਲੇ ਲੋਕਾਂ ਦੇ ਇਸ਼ੂ ਉੱਭਰ ਕੇ ਆ ਸਕਦੇ ਆ। ਇਹ ਏਡੀ ਵੱਡੀ ਚੀਜ਼ ਹੈ ਨੈਸ਼ਨਲ ਲੈਵਲ ਤੇ। ਇਸ ਕਰਕੇ ਇਹ ਤਾਂ ਬਹੁਤ ਸਾਰੇ ਤਬਕਿਆਂ ਨੂੰ ਹੌਸਲਾ ਦੂ, ਜਿਨ੍ਹਾਂ ਨੂੰ ਐਂ ਲੱਗਦਾ ਸੀਗਾ ਵੀ ਮੋਦੀ ਨੇ ਅਟੈਕ ਕਰਤਾ, ਹੁਣ ਇਹਦੇ ਖਿਲਾਫ ਲੜਾਈ ਕਿਵੇਂ ਲੜਾਂਗੇ, ਆਪਾਂ ਤਾਂ ਨਤਾਣੇ ਆ। ਲੋਕ ਤਾਂ ਇਹ ਦੇਖ ਰਹੇ ਆ, ਅੱਛਾ ਵੀ ਜੇ ਪੰਜਾਬ ਉੱਠਦਾ ਹਰਿਆਣਾ ਸਪੋਰਟ ਤੇ, ਯੂਪੀ ਤੇ ਹੋਰ ਹਿੱਸੇ ਸਪੋਰਟ ਤੇ, ਵੀ ਮੋਦੀ ਨੂੰ ਤਾਂ ਚੈਲੰਜ ਕੀਤਾ ਜਾ ਸਕਦਾ। ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ। ਹਾਂ, ਉਸ ਤੋਂ ਅੱਗੇ ਇਹ ਗੱਲ ਠੀਕ ਹੈ ਵੀ ਜਿਹੜੇ ਮੈਂ ਪਹਿਲਾਂ ਸਵਾਲ ਕੀਤਾ ਵੀ ਇਸ ਅੰਦੋਲਨ ਦੀ ਡਾਇਰੈਕਸ਼ਨ ਕੀ ਬਣੀ। ਜਿਵੇਂ ਉਦਾਹਰਨ ਵਜੋਂ ਲੋਕਾਂ ਨੇ ਇਸ ਐਜੀਟੇਸ਼ਨ ਦੇ ਵਿੱਚੋਂ ਕਿਹੋ ਜਿਹੀ ਚੇਤਨਾ ਹਾਸਲ ਕੀਤੀ, ਕੀ ਉਹਨਾਂ ਨੇ ਇਹ ਗੱਲਾਂ ਬੁੱਝ ਲਈਆਂ। ਜਿਵੇਂ ਇੱਕ ਬਹੁਤ ਵੱਡਾ ਪੰਜਾਬ ਦੀ ਇਹਦੇ ਵਿੱਚ ਇਸ ਐਜੀਟੇਸ਼ਨ ਦੇ ਅੰਦਰ ਇੱਕ ਤਰ੍ਹਾਂ ਅਗਵਾਨੂ ਰੋਲ ਹੈ। ਉਹਨਾਂ ਨੇ ਪੰਜਾਬ ਦੀ ਮੂਵਮੈਂਟ ਨੇ ਇੱਕ ਵੱਡਾ ਕੰਮ ਇਹ ਕੀਤਾ ਵੀ ਉਹਨਾਂ ਨੇ ਕਾਰਪੋਰੇਟ ਫੋਕਸ ਤੇ ਕਰਤੇ। ਇਹ ਕਾਰਪੋਰੇਟ ਤਾਂ ਹਲੇ ਇੱਥੇ ਹੀ ਨੇ, ਇਹਨਾਂ ਕਾਨੂੰਨਾਂ ਨਾਲ ਤਾਂ ਵਾਪਸ ਨਹੀਂ ਹੋਣ ਜਾ ਰਹੇ। ਲੋਕਾਂ ਨੇ ਤੇ ਕਾਰਪੋਰੇਟਾਂ ਨੇ ਆਪਣਾ ਰਿਸ਼ਤਾ ਦੇਖ ਲਿਆ, ਜਿਹੜੀ ਲੋਕਾਂ ਨੇ ਦੇਖ ਲਿਆ ਸਾਡਾ ਕਾਰਪੋਰੇਟਾਂ ਨਾਲ ਕੀ ਰਿਸ਼ਤਾ। ਇਹ ਜਿਹੜੀ ਪੋਲੀਟੀਕਲ ਜਮਾਤ ਹੈ, ਚਾਹੇ ਮੋਦੀ ਹੈ ਚਾਹੇ ਕੋਈ ਹੋਰ ਹੈ, ਜਿਹੜੇ ਹਾਕਮ ਜਮਾਤਾਂ ਦੇ ਸਿਆਸੀ ਨੁਮਾਇੰਦੇ ਆ, ਇਹ ਨਾ ਕਾਰਪੋਰੇਟਾਂ ਦੀ ਪਿੱਠ ਤੇ ਖੜੇ ਦੇਖ ਲਏ, ਡਟ ਕੇ ਖੜੇ ਦੇਖ ਲਏ। ਇਹ ਚੀਜ਼ ਲੋਕਾਂ ਦੇ ਜ਼ਿਹਨ 'ਚ ਆ ਗਈ ਤੇ ਲੋਕਾਂ ਨੇ ਦੇਖ ਲਿਆ ਵੀ ਸਾਡੀ ਲੜਾਈ ਕਾਰਪੋਰੇਟਾਂ ਦੇ ਖਿਲਾਫ ਹੈ। ਅੱਜ ਮੋਦੀ ਹੈ, ਕੱਲ੍ਹ ਨੂੰ ਕੋਈ ਹੋਰ ਹੋ ਸਕਦਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਗੱਲਾਂ, ਇਸ ਤਰ੍ਹਾਂ ਦੀਆਂ ਗੱਲਾਂ। ਇਹ ਤਾਂ ਇੱਕ ਸਾਡੇ ਸਿਆਸਤ ਨਾਲ ਜੁੜਿਆ, ਜਿਹੜੇ ਇੱਕ ਸਿਆਸੀ ਤੌਰ ਤੇ ਇੱਕ ਜਿਹੜਾ ਵੱਡਾ ਸਵਾਲ ਬਣਦਾ। ਇੱਕ ਹੁਣ ਇਹਨੂੰ ਮੈਂ ਇੱਕ ਸਮਾਜਿਕ ਤੌਰ ਤੇ ਪ੍ਰਭਾਵ ਦੀ ਵੀ ਗੱਲ ਕਰਾਂ। ਮੈਂ ਇਹਦੇ ਵਿੱਚ ਔਰਤਾਂ ਦੀ ਹੁਣੀ ਸ਼ਮੂਲੀਅਤ ਦੇਖ ਕੇ ਆਇਆ, ਮੋਢੇ ਨਾਲ ਮੋਢਾ ਜੋੜ ਕੇ ਲੱਗੀਆਂ ਹੋਈਆਂ ਨੇ, ਮਰਦ ਵੀ ਰੋਟੀਆਂ ਲਾਉਣ ਲੱਗ ਗਏ ਨੇ, ਹੋ ਸਕਦੇ ਘਰਾਂ 'ਚ ਨਾ ਰੋਟੀਆਂ ਲਾਉਂਦੇ ਹੋਣ। ਇਹ ਕਦਰਾਂ ਕੀਮਤਾਂ ਨੇ, ਇਹ ਤਾਂ ਸਿਰਜ ਗਿਆ। ਪਰ ਦੂਜੇ ਪਾਸੇ ਇੱਕ ਵਿਰੋਧਾਭਾਸ ਹੈ, ਜਿਵੇਂ ਜਿਹੜਾ ਸਾਡਾ ਕਿਸਾਨੀ ਸੈਕਸ਼ਨ ਆ, ਬਹੁਤ ਸਾਰੀਆਂ ਸਮੰਤੀ ਚੀਜ਼ਾਂ ਲਈ ਬੈਠਾ ਹੈਗਾ, ਪੈਟਰੀਆਰਕੀ ਚੀਜ਼ਾਂ ਉਸੇ ਤਰ੍ਹਾਂ ਵਾ। ਇਹ ਜਿਹੇ ਅੰਦੋਲਨ ਜਿਹੜਾ ਉਹਨਾਂ ਨੂੰ ਖਤਮ ਕਰਨ ਵਿੱਚ, ਜਾਂ ਕਿ ਇਹ ਉਸ ਸਮੇਂ ਤੱਕ ਹੀ ਅੰਦੋਲਨ ਦੇ ਸਮੇਂ ਤੱਕ ਹੀ ਹੁੰਦਾ, ਜਾਂ ਗਾਹਾਂ ਜਾ ਕੇ ਇਹਨਾਂ ਨੇ ਜਾਂ ਉਹੀ ਸਾਰਾ ਕੁਝ ਚੱਲੀ ਜਾਊਗਾ, ਇਸ ਅੰਦੋਲਨ ਨੂੰ ਉਸ ਦਿਸ਼ਾ ਵਿੱਚ ਕਿਵੇਂ ਦੇਖਦੇ ਹੋ? ਨਹੀਂ, ਇਹ ਬਹੁਤ ਮਹੱਤਵਪੂਰਨ ਹੈ। ਇਹ ਅੰਦੋਲਨ ਜਿਵੇਂ ਉਹ ਤਾਂ ਹਰ ਅੰਦੋਲਨ ਇਹਨਾਂ ਚੀਜ਼ਾਂ ਨੂੰ ਖੋਰਨ ਦਾ ਜ਼ਰੀਆ ਬਣਦਾ, ਪਰ ਇਸ ਗੱਲ ਦਾ ਸੰਬੰਧ ਹੁੰਦਾ ਵੀ ਉਹ ਅੰਦੋਲਨ ਦੇ ਅੰਦਰ ਉਹਦੀ ਲੀਡਰਸ਼ਿਪ ਕਿੰਨੀ ਚੇਤਨ ਹੈ, ਉਹਦੇ ਵਾਸਤੇ ਯਤਨ ਕਿੰਨਾ ਕਰਦੀ ਹੈ। ਪਰ ਇਹਦੇ ਬਾਵਜੂਦ ਜੇ ਨਾ ਵੀ ਕਰਦੀ ਹੋਵੇ, ਜਦੋਂ ਔਰਤਾਂ, ਹੁਣ ਮੰਨ ਲਓ ਤੁਸੀਂ ਕਿਹਾ ਵੀ ਆਦਮੀ ਰੋਟੀਆਂ ਲਾਉਂਦੇ ਆ, ਔਰਤ ਦਾ ਘਰ ਤੋਂ ਚੱਲ ਕੇ ਸੰਘਰਸ਼ ਦੇ ਮੈਦਾਨ 'ਚ ਆਉਣਾ, ਰੈਲੀ 'ਚ ਆਉਣਾ, ਉੱਥੇ ਬੋਲਣਾ, ਉੱਥੇ ਹੋਰ ਦੁਨੀਆ ਦੀਆਂ ਗੱਲਾਂ
ਸੁਣਨੀਆਂ, ਉੱਥੇ ਪੱਤਰਕਾਰ ਆਉਂਦੇ ਆ ਉਹਨਾਂ ਨਾਲ ਗੱਲਾਂ ਕਰਨੀਆਂ, ਇਹ ਸਾਰਾ ਕੁਝ ਉਹਨਾਂ ਨੂੰ ਇੱਕ ਨਵਾਂ ਨਜ਼ਰੀਆ, ਨਵੀਂ ਜ਼ਿੰਦਗੀ, ਨਵਾਂ ਰਾਹ ਦਿੰਦਾ ਔਰਤਾਂ ਦੇ ਐਂਗਲ ਤੋਂ। ਇਉਂ ਹੀ ਆਦਮੀਆਂ ਦੇ ਵੀ ਹੈ, ਮਤਲਬ ਪਿੰਡ ਦੇ ਇੱਕ ਸੀਮਤ ਦਾਇਰੇ 'ਚ ਰਹਿਣ ਦੀ ਥਾਂ ਤੇ ਜਦੋਂ ਇੱਥੇ ਆਉਂਦੇ ਆ, ਜਿਵੇਂ ਹੁਣ ਬਹੁਤ ਸਾਰੇ ਹਿੱਸਿਆਂ ਨੂੰ ਇੱਥੇ ਸਟੇਨ ਸਵਾਮੀ ਦੀ ਗੱਲ ਹੁੰਦੀ ਹੈ, ਝਾਰਖੰਡ ਦੇ ਆਦਿਵਾਸੀਆਂ ਦੇ ਉੱਤੇ ਉਹਨਾਂ ਦੇ ਹਮਲਿਆਂ ਦੀ ਗੱਲ ਚੱਲਦੀ ਹੈ, ਉਹਨਾਂ ਨਾਲ ਇਹ ਗੱਲ ਚੱਲਦੀ ਹੈ। ਹੁਣ ਹਰਿਆਣੇ ਬਾਰੇ ਕਿੰਨੇ ਤਅੱਸੁਬ ਬਣੇ ਹੋਏ ਆ। ਪਹਿਲਾਂ ਜਿਹੜੀ ਹਾਕਮ ਜਮਾਤਾਂ ਦੀ ਜਿਹੜੀ ਪਾਟਕ ਪਾਊ ਸਿਆਸਤ ਹੈ, ਉਹਨੇ ਬਹੁਤ ਜ਼ਿਆਦਾ ਵੀ ਹਰਿਆਣਵੀ ਆਏ ਆ, ਰਾਜਸਥਾਨ ਵਾਲੇ ਆਏ ਆ, ਸਾਡਾ ਪਾਣੀ ਲੈ ਕੇ, ਆਹ ਲੈ ਕੇ। ਇੱਥੇ ਆ ਕੇ ਉਹ ਨਵੀਂ ਤਰ੍ਹਾਂ ਦੀ ਜਾਣੀ ਕਿ ਇੱਕ ਜਿਹੜੀ ਉਹਨਾਂ ਦੀ ਆਓ ਭਗਤ ਹੈ, ਕਿਆਸ ਵੀ ਨਹੀਂ ਸਕਦੇ ਸੀ। ਜਦੋਂ ਦੇਖਦੇ ਆ ਇਹ ਚੀਜ਼ਾਂ ਕਿਤੇ ਮਿਟ ਜਾਣਗੀਆਂ, ਇਹ ਹਾਕਮ ਜਮਾਤਾਂ ਵਾਸਤੇ ਬਹੁਤ ਮੁਸ਼ਕਿਲ ਹੋਊ ਵੀ ਮੁੜ ਕੇ ਹਰਿਆਣੇ ਵਾਲਿਆਂ ਦੇ ਖਿਲਾਫ ਪੰਜਾਬ ਵਾਲਿਆਂ ਨੂੰ ਖੜਾ ਕਰਨਾ ਇੰਨਾ ਸੌਖਾ ਨਹੀਂ। ਜਿਹੜੇ ਇਹਨਾਂ ਨੇ ਜੋ ਇਹ ਸਾਂਝ ਬਣ ਗਈ, ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਤਾਂ ਜਾਣਗੀਆਂ ਅੱਗੇ ਤੱਕ, ਤੇ ਬਹੁਤ ਪੋਜ਼ਿਟਿਵ ਵਰਤਾਰਾ ਹੈ। ਅੱਛਾ, ਇੱਕ ਜਿਹੜਾ ਨਾ ਮਜ਼ਦੂਰ ਦਾ ਰਿਸ਼ਤਾ ਤੇ ਕਿਸਾਨ ਦਾ ਰਿਸ਼ਤਾ, ਇਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਮਜ਼ਦੂਰ ਸੰਗਠਨ ਨੂੰ ਹੋਰ ਦੇਖ ਰਹੇ ਨੇ, ਕੁਝ ਸੰਗਠਨ ਇਹ ਕਹਿੰਦੇ ਨੇ ਕਿ ਦੇਖੋ ਜੀ ਇਹ ਤਾਂ ਧੰਨੀ ਕਿਸਾਨਾਂ ਦਾ ਹੀ ਅੰਦੋਲਨ ਹੈਗਾ, ਇਸ ਲਈ ਮਜ਼ਦੂਰ ਇਹ ਤੋਂ ਦੂਰ ਹੀ ਰਹਿਣ। ਹਾਲਾਂਕਿ ਇਹਦੀ ਆਲੋਚਨਾ ਕਰਨ ਵਾਲੇ ਵੀ ਬਹੁਤ ਸਾਰੇ ਮਜ਼ਦੂਰ ਸੰਗਠਨ ਹੈਗੇ ਨੇ। ਹੁਣ ਇੱਥੇ ਸਵਾਲ ਇਹੀ ਹੈ ਕਿ ਜਿਹੜੇ ਮਜ਼ਦੂਰਾਂ ਦੀ ਸਪੋਰਟ ਮਿਲ ਰਹੀ ਹੈ, ਇੱਕ ਪਾਸੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਇਹਨੂੰ ਇਹ ਕਿਸਾਨੀ ਮੁੱਦੇ ਤੇ ਫੋਕਸ ਹੋਵੇ, ਪਰ ਜੋ ਮਜ਼ਦੂਰ ਯੋਗਦਾਨ ਪਾ ਰਹੇ ਨੇ ਉਰੇ ਆ ਕੇ, ਅੱਛਾ ਖੇਤ ਮਜ਼ਦੂਰਾਂ ਦੀ ਗੱਲ ਕਰੀਏ, ਉਹ ਤਾਂ ਕਹਿ ਰਹੇ ਨੇ ਅਸੀਂ ਫ੍ਰੀ 'ਚ ਤੁਹਾਡਾ ਭਾਈ ਕੰਮ ਕਰਾਂਗੇ ਜਿੰਨਾ ਚਿਰ ਤੁਸੀਂ ਦਿੱਲੀ ਬੈਠੇ ਹੋ। ਆਹ ਰਿਸ਼ਤੇ ਨੂੰ ਫਿਰ ਆਪਾਂ ਕਿਵੇਂ ਦੇਖੀਏ? ਹਾਂ, ਨਹੀਂ, ਇਹ ਬਹੁਤ ਮਹੱਤਵਪੂਰਨ ਗੱਲ ਹੈ ਵੀ ਜਿਹੜੇ ਖੇਤ ਮਜ਼ਦੂਰ ਨੇ, ਇਹਨੂੰ ਇਉਂ ਨਹੀਂ ਲੈਣਾ ਚਾਹੀਦਾ ਵੀ ਇਹ ਕੋਈ ਧਨੀ ਕਿਸਾਨੀ ਦਾ ਜਾਂ ਬਹੁਤ ਵੱਡੀ ਕਿਸਾਨੀ ਦਾ ਅੰਦੋਲਨ ਆ। ਪਹਿਲੀ ਗੱਲ ਤਾਂ ਇੱਕ ਗੱਲ ਮੈਂ ਸਾਫ਼ ਕਰ ਦਿਆਂ, ਕਈ ਵਾਰੀ ਇਸ ਗੱਲ ਨੂੰ ਇਉਂ ਲਿਆ ਜਾਂਦਾ ਵੀ ਜਿਹੜੇ ਖੇਤੀ ਕਾਨੂੰਨ ਹੈ ਇਹ ਤਾਂ ਜੀ 100 ਕਿੱਲੇ ਵਾਲਿਆਂ ਨੂੰ ਵੀ ਮਾਰਨਗੇ, ਇਹ ਤਾਂ 70 ਕਿੱਲੇ ਵਾਲਿਆਂ ਨੂੰ ਵੀ ਮਾਰਨਗੇ। ਨਹੀਂ, ਜਿਹੜੇ ਵੱਡੇ ਜ਼ਗੀਰਦਾਰ ਨੇ ਜਾਂ ਬਹੁਤ ਵੱਡੀ ਧਨੀ ਕਿਸਾਨੀ ਹੁੰਦੀ ਹੈ, ਉਹ ਇੱਕੋ ਸਮੇਂ ਜ਼ਗੀਰਦਾਰ ਵੀ ਹੁੰਦਾ, ਉਹ ਟਰੇਡਰ ਵੀ ਹੈ, ਤੇ ਉਹਨੇ ਜਿਹੜੀ ਆਪਦੀ ਫਸਲ ਨੂੰ ਸਾਂਭ ਕੇ ਰੱਖ ਸਕਣਾ, ਕੀਮਤਾਂ ਦੇ ਉਤਰਾਅ ਚੜ੍ਹਾਅ ਨਾਲ ਨਜਿੱਠਣਾ, ਤੇ ਵੱਡੀਆਂ ਕੰਪਨੀਆਂ ਦੇ ਛੋਟੇ ਪਾਰਟਨਰਾਂ ਵਜੋਂ ਰੋਲ ਨਿਭਾਉਣਾ। ਜਿਵੇਂ ਉਹਨਾਂ ਦੀਆਂ ਕੋਲਡ ਸਟੋਰਾਂ ਦੀਆਂ ਚੇਨਸ ਬਣਨੀਆਂ, ਉਹਦੇ ਵਿੱਚ ਹਿੱਸੇ ਪਾਉਣੇ, ਉਹਦੇ ਵਿੱਚੋਂ ਕੋਲਡ ਸਟੋਰ ਠੇਕੇ ਤੇ ਲੈਣੇ, ਇਹ ਜੇ ਸਾਰੀਆਂ ਗੱਲਾਂ ਨਾਲ ਉਹਨਾਂ ਨੇ ਤਾਂ ਇਸ ਕਾਨੂੰਨਾਂ ਦੇ ਜ਼ਰੀਏ ਉਹ ਵੀ ਇੱਕ ਲਾਹਾ ਲੈਣ ਵਾਲੀ ਜਮਾਤ ਬਣਨੀ ਹੈ। ਇਹ ਹਮਲਾ ਅਸਲ 'ਚ ਛੋਟੀ ਕਿਸਾਨੀ ਤੇ ਹੀ ਹੈ, ਜਿਹਦੀ ਫਸਲ ਰੋਲਣੀ ਹੈ। ਜੇ ਫਸਲ ਰੋਲਣ ਦਾ ਜਾਂ ਜਿਹਦੇ ਨਾਲ ਕੰਟਰੈਕਟ ਹੋਣੇ ਆ, ਕੰਟਰੈਕਟ 'ਚੋਂ ਨੀਵੀਂ ਥਾਂ ਤੇ ਹੋ ਕੇ ਕੰਟਰੈਕਟ ਹੋਣਾ ਤੇ ਉਹਦਾ ਨੁਕਸਾਨ ਹੋਣਾ। ਇਸ ਸੈਂਸ 'ਚ ਇੱਕ ਤਾਂ ਖੇਤ ਮਜ਼ਦੂਰਾਂ ਤੇ ਇਹ ਸਿੱਧਾ ਹਮਲਾ ਹੈ ਵੀ PDS ਹੈ ਜਿਹੜੀ ਜਨਤਕ ਵੰਡ ਪ੍ਰਣਾਲੀ ਹੈ, ਉਹਦੇ ਤੇ ਪਹਿਲਾਂ ਹੀ ਹਮਲਾ ਵਿੱਢਿਆ ਹੋਇਆ, ਉਹਨੂੰ ਇਹਨੇ ਹੂੰਜ ਦੇਣਾ। ਇਸ ਰੂਪ 'ਚ ਖੇਤ ਮਜ਼ਦੂਰਾਂ ਦਾ ਸਿੱਧਾ ਹੀ ਇਸ਼ੂ ਬਣਦਾ। ਤੇ ਦੂਜਾ ਸਵਾਲ ਇਹ ਹੈ ਵੀ ਖੇਤ ਮਜ਼ਦੂਰਾਂ ਦੀ ਲਹਿਰ ਦੇ ਅੰਦਰ ਜਿਹੜੀ ਮੌਜੂਦਗੀ ਹੈ, ਜੇ ਉਹ ਆਉਂਦੇ ਆ ਜਾਂ ਜਿੰਨਾ ਕੁ ਹੈਗੇ ਵੀ ਹੈ, ਇੱਕ ਗੱਲ ਹਕੀਕਤ ਹੈ ਵੀ ਉਹ ਉਸ ਲੈਵਲ ਤੇ ਨਹੀਂ ਜਿਸ ਲੈਵਲ ਤੇ ਕਿਸਾਨੀ ਹੈ ਜਾਂ ਜਿਸ ਲੈਵਲ ਤੇ ਅਸੀਂ ਆਸ ਵੀ ਕਰਦੇ ਹਾਂ। ਜਿਹੜੇ ਇਨਕਲਾਬੀ ਜਮਹੂਰੀ ਹਿੱਸੇ ਆ ਵੀ ਉਹਨਾਂ ਨੂੰ ਆਉਣਾ ਚਾਹੀਦਾ, ਹਾਲੇ ਉਹ ਪਿੱਛੇ ਨੇ। ਪਰ ਇਹਦੇ ਬਾਵਜੂਦ ਵੀ ਜਿੰਨੀ ਕੁ ਉਹਨਾਂ ਦੀ ਮੌਜੂਦਗੀ ਹੈ, ਉਹ ਇਸ ਅੰਦੋਲਨ, ਉਹਨਾਂ ਦੇ ਹੱਕਾਂ ਦੀ ਗੱਲ ਚੱਲਣ ਦਾ ਆਧਾਰ ਪੈਦਾ ਹੁੰਦਾ, ਉਹ ਆਧਾਰ ਬਣਦਾ। ਤੇ ਖੇਤ ਮਜ਼ਦੂਰ ਹੈ, ਜਿਵੇਂ ਹੁਣ ਪਿੰਡਾਂ ਦੇ ਵਿੱਚ ਜਿੰਨੀ ਕੁ ਵੀ ਇਹ ਚਰਚਾ ਹੋਈ ਹੈ, ਇਹ ਬਹੁਤ ਪੋਜ਼ਿਟਿਵ ਗੱਲ ਹੈ ਵੀ ਜੇ ਉਹ ਨਾਲ ਆਉਣਗੇ, ਉਹਨਾਂ ਦੇ ਨਾਲ ਆਉਣ ਦੇ ਨਾਲ ਕਿਸਾਨ ਮਜ਼ਦੂਰ ਏਕਤਾ ਹੈ ਜਿਹੜੀ ਉਹ ਮਜ਼ਬੂਤ ਹੁੰਦੀ ਹੈ। ਮੈਂ ਤਾਂ ਇਹਦੂ ਹੋਰ ਇੱਕ ਉਦਾਹਰਨ ਦੇਣੀ ਚਾਹੁੰਦਾ। ਹੁਣ ਇਸ ਅੰਦੋਲਨ ਦੇ ਵਿੱਚ ਇੱਕ ਬੰਦਾ ਗੱਡੀ 'ਚ ਸੜ ਕੇ ਉਹਦੀ ਡੈਥ ਹੋ ਗਈ, ਉਹ ਧਨੌਲੇ ਪਿੰਡ ਦਾ ਸੀ। ਉਹ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਇੱਕ ਮਹਾਜਨ ਪਰਿਵਾਰ 'ਚੋਂ ਸੀ, ਅਗਰਵਾਲ 'ਚੋਂ, ਮੇਰੀ ਇਹ 'ਚ ਦਿਲਚਸਪੀ ਜਾਗੀ ਵੀ ਸਾਡੇ ਵਾਸਤੇ ਇੱਕ ਇੰਪੋਰਟੈਂਟ ਨੁਕਤਾ ਬਣਦਾ। ਉਹ ਆਇਆ, ਇੱਕ ਸਾਈਕਲ ਮਕੈਨਿਕ ਸੀ ਉਹ, ਉੱਥੇ ਉਹਦੀ ਕੋਈ ਜਾਇਦਾਦ ਨਹੀਂ, ਉਹਦੀ ਕੋਈ MSP ਨਹੀਂ ਜਾ ਰਹੀ ਸੀ, ਪਰ ਉਹ ਇਸ ਅੰਦੋਲਨ 'ਚ ਆਇਆ। ਟਰੈਕਟਰਾਂ ਦੇ ਮਕੈਨਿਕਾਂ ਦੀ ਜਿਹੜੀ ਟੀਮ ਆਈ ਸੇਵਾ ਕਰਨ ਵਾਸਤੇ ਵੀ ਠੀਕ ਕਰਨੇ ਖਰਾਬ ਹੋਏ ਟਰੈਕਟਰ, ਇਹਦੇ ਦੌਰਾਨ ਉਹਦੇ ਵਿੱਚ ਆਇਆ, ਉਹ ਦੁਰਘਟਨਾ ਵਾਪਰ ਗਈ, ਉਹਦੀ ਡੈਥ ਹੋ ਗਈ। ਉਹਦੀ ਇਸ ਮੋਰਚੇ 'ਚ ਆ ਕੇ ਦਿੱਤੀ ਸ਼ਹਾਦਤ ਇਸ ਗੱਲ ਨੂੰ ਦਰਸਾਉਣ ਵਾਸਤੇ ਬਹੁਤ ਮਹੱਤਵਪੂਰਨ ਹੈ ਵੀ ਇਹ ਕੋਈ ਕਿਸੇ ਵਿਸ਼ੇਸ਼ ਫਿਰਕੇ ਦਾ ਨਹੀਂ, ਤੇ ਇਹ ਸਿਰਫ ਮਾਲਕ ਕਿਸਾਨੀ ਦੇ ਹਿੱਤਾਂ ਦਾ ਮਸਲਾ ਨਹੀਂ। ਇਹਦੇ ਵਿੱਚ ਸਾਡੇ ਸਮਾਜ ਦੇ ਦੱਬੇ ਕੁਚਲੇ ਹੋਰ ਹਿੱਸੇ ਆ ਜਿਹੜੇ, ਉਹ ਵੀ ਸ਼ਾਮਲ ਹੈ। ਤੇ ਜਿਨ੍ਹਾਂ ਨੂੰ ਐਂ ਲੱਗਦਾ ਵੀ ਇਹ ਤਾਂ ਜਿਵੇਂ ਕੋਈ ਵਿਸ਼ੇਸ਼ ਫਿਰਕਾ ਅੰਦੋਲਨ ਲੜ ਰਿਹਾ ਹੁੰਦਾ, ਉਹਦੇ ਵਾਸਤੇ ਵੀ ਇੱਕ ਬਹੁਤ ਜਿਹਦਾ ਮਤਲਬ ਵੀ ਸਾਨੂੰ ਇਸ ਕੁਰਬਾਨੀ ਨੂੰ ਇੱਕ ਵਿਸ਼ੇਸ਼ ਵਿਲੱਖਣ ਕੁਰਬਾਨੀ ਵਜੋਂ ਦੇਖਣਾ ਚਾਹੀਦਾ, ਤੇ ਇਹਨੂੰ ਲੋਕਾਂ 'ਚ ਦੱਸਣਾ ਚਾਹੀਦਾ ਵੀ ਕੋਈ ਇੱਕ ਪਿੰਡ ਦਾ ਸਧਾਰਨ ਜਿਹੜਾ ਮਹਾਜਨ ਪਰਿਵਾਰ ਹੈ, ਜਾਇਦਾਦ ਵਿਹੂਣਾ, ਉਹ ਇਸ ਅੰਦੋਲਨ ਦਾ ਸ਼ਹੀਦ ਹੈ। ਇਹ ਬਹੁਤ ਵੱਡੀ ਗੱਲ ਹੈ। ਅੱਛਾ, ਜਿਵੇਂ ਇਹਦਾ ਘੇਰਾ ਇੰਨਾ ਵਿਸ਼ਾਲ ਹੋ ਗਿਆ ਸਾਰਾ ਕੁਝ, ਹੁਣ ਜਿਹੜੇ ਕਿਸਾਨ ਲੀਡਰ ਨੇ, ਕਿਸਾਨ ਨੇਤਾ ਨੇ, ਉਹਨਾਂ ਦੀ ਬੌਧਿਕ ਤੌਰ ਤੇ, ਵਿਚਾਰਾਤਮਕ ਤੌਰ ਤੇ ਜ਼ਿੰਮੇਵਾਰੀ ਕਿਸ ਤਰ੍ਹਾਂ ਵੱਧ ਜਾਂਦੀ ਹੈ, ਜਾਂ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ? ਹਾਂ, ਦੇਖੋ, ਇੱਕ ਤਾਂ ਸਵਾਲ ਇਹਦੇ 'ਚ ਇਹ ਹੈ ਵੀ ਉਹਨਾਂ ਦੀ ਜ਼ਿੰਮੇਵਾਰੀ ਅਸਲ 'ਚ ਇਹ ਬਣਦੀ ਹੈ ਵੀ ਜਦੋਂ ਲੋਕ ਇੰਨੀ ਜ਼ੋਰਦਾਰ ਢੰਗ ਨਾਲ ਹਰਕਤ 'ਚ ਆਏ ਆ, ਉੱਠੇ ਹੈ, ਤਾਂ ਇਹ ਸਿਰਫ ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ। ਇਹ ਜੋ ਪੰਜਾਬੀ ਸਮਾਜ ਦਾ ਸੰਕਟ ਹੈ, ਜੋ ਪੰਜਾਬ ਦੀ ਲੋਕਾਂ 'ਚ ਬੇਚੈਨੀ ਹੈ, ਉਹਦੇ ਆਰਥਿਕ, ਸਮਾਜਿਕ, ਰਾਜਨੀਤਿਕ ਸਾਰੇ ਕਾਰਨ ਹੈ, ਉਹ ਕਿਉਂਕਿ ਇਹਦੇ ਵਿੱਚ ਸ਼ਾਮਲ ਹੈ। ਇਸ ਕਰਕੇ ਉਹਨਾਂ ਨੂੰ ਕਿਸਾਨ ਜਿਹੜੇ ਆਗੂ ਨੇ, ਉਹਨਾਂ ਦੀ ਇਹ ਲੋੜ ਬਣਦੀ ਹੈ ਜਾਂ ਉਹਨਾਂ ਵਾਸਤੇ ਜ਼ਰੂਰੀ ਬਣ ਜਾਂਦਾ ਵੀ ਉਹਨਾਂ ਸਰੋਕਾਰਾਂ ਨੂੰ ਵੀ ਸੰਬੋਧਿਤ ਹੋਣ। ਇਸ ਕਰਕੇ
ਉਹ ਸਰੋਕਾਰਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਵੀ ਫਿਰ ਉਹਨਾਂ ਨੂੰ ਖੇਤੀ ਕਾਨੂੰਨਾਂ ਤੱਕ ਠੀਕ ਹੈ ਇੱਕ ਫੌਰੀ ਮੰਗਾਂ ਹੁੰਦੀਆਂ, ਅੱਜ ਘੋਲ ਫੌਰੀ ਮੰਗਾਂ ਦੇ ਰੂਪ 'ਚ ਖੇਤੀ ਕਾਨੂੰਨਾਂ ਤੱਕ ਸੀਮਿਤ ਹੈ, ਪਰ ਉਹਨਾਂ ਨੂੰ ਲਾਜ਼ਮੀ ਹੋਈ ਸਾਨੂੰ ਇਦੋਂ ਪਹਿਲਾਂ KPMC ਐਕਟ ਦੇ ਵਿੱਚ ਪਹਿਲਾਂ ਸੋਧ ਕੀਤੀ ਗਈ ਹੈ। ਪਹਿਲਾਂ ਜਿਹੜੀਆਂ ਕੰਪਨੀਆਂ ਉਹ ਜਿਹੜੀਆਂ ਮਤਲਬ ਲਾਗਤ ਵਸਤਾਂ ਦੇ ਮਾਮਲੇ ਦੇ ਵਿੱਚ ਇੰਨੀ ਲੁੱਟ ਮਚਾਈ ਹੋਈ ਹੈ, ਹੋਰ ਇਹੋ ਜਿਹੇ ਕਿੰਨੇ ਕਿਸਾਨੀ ਦੇ ਮਸਲੇ ਹੈ, ਤੇ ਇਸ ਤੋਂ ਵੀ ਅੱਗੇ ਜਿਹੜੇ ਲੋਕਾਂ ਦੇ ਐਂ ਕਹ ਲਓ ਵੀ ਵੱਖ-ਵੱਖ ਤਬਕਿਆਂ ਦੇ ਮਸਲੇ ਆ, ਜਦੋਂ ਸਪੋਰਟ ਕਰਦੇ ਆ ਫਿਰ ਉਹ ਕਿਸਾਨੀ ਤੋਂ ਸਪੋਰਟ ਲੈਣ ਦੀ ਆਸ ਵੀ ਕਰਦੇ ਆ, ਜਿਹਦਾ ਮਤਲਬ ਕਿਸਾਨ ਇੱਥੇ ਤਾਂ ਕਿਸਾਨ ਲੀਡਰਸ਼ਿਪਾਂ ਦੀ ਪਰਖ ਦਾ ਸਵਾਲ ਵੀ ਹੈ ਵੀ ਉਹ ਕਿਸ ਹੱਦ ਤੱਕ ਸਮਾਜ ਦੇ ਇਹਨਾਂ ਸਰੋਕਾਰਾਂ ਨੂੰ ਇਹਨਾਂ ਚੀਜ਼ਾਂ ਨੂੰ ਸੰਬੋਧਿਤ ਹੁੰਦੇ ਆ। ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਇਸ ਕਰਕੇ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਵੀ ਰਾਜਨੀਤੀ ਤੋਂ ਬਚਣਾ ਚਾਹੀਦਾ, ਉਹ ਇੱਕ ਖਾਸ ਤਰ੍ਹਾਂ ਦਾ ਨਰੇਟਿਵ ਆ। ਜਦੋਂ ਅਸੀਂ ਕਹਿੰਦੇ ਆ ਜਦੋਂ ਲੋਕਾਂ ਦੀ ਜਨਤਕ ਲਹਿਰ ਹੁੰਦੀ ਹੈ ਉਹਦਾ ਅਰਥ ਹੁੰਦਾ ਵੀ ਹਾਕਮ ਜਮਾਤਾਂ ਦੀ ਸਿਆਸਤ ਤੋਂ ਬਚਣਾ ਚਾਹੀਦਾ, ਜਿਹੜੀ ਸੋਕਲ ਚੱਲਦੀ ਆ ਰਹੀ ਹੈ, ਜਿਹੜੀ ਚੱਲਦੀ ਆ ਰਹੀ ਹੈ। ਪਰ ਇੱਥੇ ਆ ਕੇ ਤਾਂ ਜਿਹੜੀ ਲੋਕ ਪੱਖੀ ਸਿਆਸਤ ਹੈ ਉਹਦੀ ਲੋੜ ਹੈ, ਇੱਥੇ ਸਗੋਂ ਸਿਆਸਤ ਸ਼ੁਰੂ ਹੁੰਦੀ ਹੈ ਲੋਕ ਪੱਖੀ ਸਿਆਸਤ ਦੀ ਲੋੜ ਹੈ, ਉਹਨਾਂ ਨਾਅਰਿਆਂ ਦੀ, ਉਹਨਾਂ ਮੰਗਾਂ ਦੀ, ਉਹਨਾਂ ਬਦਲਾਂ ਦੀ। ਜੇ ਉਹ ਨਹੀਂ ਹੋਣਗੇ ਲੋਕਾਂ ਮੂਹਰੇ ਤਾਂ ਫਿਰ ਠੀਕ ਹੈ, ਜਿਵੇਂ ਬਹੁਤ ਵਾਰੀ ਕਹਿ ਦਿੰਦੇ ਵੀ ਅੰਦੋਲਨ ਦਾ ਕੀ ਹੋਊਗਾ, ਜੇ ਭਾਜਪਾ ਨਹੀਂ ਤਾਂ ਪੰਜਾਬ 'ਚ ਕੋਈ ਹੋਰ ਵੋਟਾਂ ਲੈ ਜੂ, ਠੀਕ ਆ ਉਹ ਲੈ ਜੂਗਾ, ਪਰ ਇਹਦੇ ਨਾਲ ਨਹੀਂ ਸਰਦੀ ਮੁੱਕਦੀ ਗੱਲ। ਉਹਦਾ ਹੱਲ ਇਹ ਹੈ ਵੀ ਸਾਨੂੰ ਮੁਕਾਬਲੇ ਦੇ ਉੱਤੇ ਜਿਹੜੇ ਲੋਕਾਂ ਦਾ ਹਕੀਕਤ 'ਚ ਲੋਕਾਂ ਦੀ ਜ਼ਿੰਦਗੀ ਬਦਲਣ ਵਾਲਾ ਪ੍ਰੋਗਰਾਮ ਹੈ, ਚਾਹੇ ਉਹ ਖੇਤੀ ਸੰਕਟ ਦਾ ਹੱਲ ਹੈ, ਚਾਹੇ ਉਹ FDI ਦੇ ਇਸ਼ੂ ਹੈ, ਚਾਹੇ ਉਹ ਬਹੁਤ ਸਾਰੇ ਜਿਹੜੇ ਉਹ ਕੰਪਨੀਆਂ ਨੂੰ ਮੁਲਕ ਤੋਂ ਉਹਨਾਂ ਨਾਲ ਸਮਝੌਤੇ ਰੱਦ ਕਰਨ ਦੇ ਇਸ਼ੂ ਹੈ, ਜਿਹੜੀ ਲੋਕਾਂ ਦੀ ਜਿਹੜੀ ਆਪਣੀ ਇੰਡੀਪੈਂਡੈਂਸ ਹੈ, ਉਹ ਡੈਮੋਕ੍ਰੇਟਿਕ ਗੱਲਾਂ ਵੀ ਹੈ, ਉਹਦੇ ਵਿੱਚ ਪੋਲੀਟੀਕਲ, ਉਹਦੇ 'ਚ ਇਕਨੋਮਿਕ ਇਸ਼ੂ ਵੀ ਹੈ, ਉਹਨਾਂ ਦੇ ਉੱਤੇ ਬਦਲਵਾਂ ਮਾਡਲ ਹੈ ਜਿਹੜਾ ਉਹ ਬਿਲਡ ਕਰਨ ਦੀ ਲੋੜ ਹੈ। ਜੇ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਵੀ ਜਿਵੇਂ 2022 ਦੀ ਇਲੈਕਸ਼ਨ ਹੈ, ਇਹ ਅੰਦੋਲਨ ਇੱਕ ਕੰਮ ਕਰ ਰਿਹਾ ਵੀ 2022 ਦੀ ਇਲੈਕਸ਼ਨ 'ਚ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਇਦੋਂ ਪਹਿਲਾਂ ਹੁਣ ਤੱਕ ਐਂ ਕਹਿੰਦੀਆਂ ਸੀ ਵੀ ਪੰਜਾਬ ਦੀ ਡਿਵੈਲਪਮੈਂਟ ਤਾਂ ਅਬਾਨੀ ਤੋਂ ਬਿਨਾਂ ਹੋ ਨਹੀਂ ਸਕਦੀ, ਵਾਲਮਾਰਟ ਤੋਂ ਬਿਨਾਂ ਹੋ ਨਹੀਂ ਸਕਦੀ, ਅੱਜ ਉਹੀ ਪਾਰਟੀਆਂ ਉਹਨਾਂ ਕੰਪਨੀਆਂ ਨੂੰ ਨਿੰਦਿਆ ਕਰ ਰਹੀਆਂ ਲੋਕਾਂ ਦੇ ਦਬਾਅ ਥੱਲੇ ਆ ਕੇ। ਇਹ ਲੋਕਾਂ ਦੀ ਧਿਰ ਵਾਸਤੇ ਇੱਕ ਨੁਕਤਾ ਬਣਦਾ ਵੀ ਉਹ 22 ਦਾ ਏਜੰਡਾ ਹੈ ਜਿਹੜਾ ਵੀ ਪੰਜਾਬ ਦੇ ਡਿਵੈਲਪਮੈਂਟ ਦਾ ਮਾਡਲ ਕੀ ਹੋਵੇ, ਆਹ ਹੋਵੇ ਜਿਹੜਾ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਕਿ ਇਹਦੀ ਥਾਂ ਦੇ ਉੱਤੇ ਲੋਕਾਂ ਨੂੰ ਸੈਂਟਰ 'ਚ ਰੱਖ ਕੇ ਤੇ ਲੋਕਾਂ ਦੀਆਂ ਰੀਅਲ ਜਿਹੜੀਆਂ ਲੋੜਾਂ ਪੂਰੀਆਂ ਕਰਨ ਵਾਲਾ ਉਹ ਜਿਹੜਾ ਬਦਲ ਹੈ ਉਹ ਮਾਡਲ ਹੋਵੇ। ਇਹ ਇੱਕ ਏਜੰਡਾ ਬਣਦਾ। ਇਹ ਸਵਾਲ ਆਊਗਾ ਕਿਸਾਨ ਜਿਹੜੀਆਂ ਜਥੇਬੰਦੀਆਂ ਉਹਨਾਂ ਨੂੰ ਜਾਂ ਉਹਨਾਂ ਨੂੰ ਆਪਣਾ ਰੌਖਾ ਜਿਹੜਾ ਇਹਨਾਂ ਬਾਰੇ ਤੈਅ ਕਰਨਾ ਪਊਗਾ, ਉਹਨਾਂ ਨੂੰ ਬੋਲਣਾ ਪਊਗਾ। ਇਹ ਠੀਕ ਹੈ, ਉਹਨਾਂ ਨੇ ਆਪਣੇ ਦਾਇਰੇ 'ਚ ਬੋਲਣਾ, ਤੇ ਲੋਕਾਂ ਨੇ ਸਿਰਫ ਕਿਸਾਨ ਜਥੇਬੰਦੀਆਂ ਤੱਕ ਹੀ ਨਹੀਂ ਸੀਮਿਤ ਰਹਿਣਾ, ਲੋਕਾਂ ਨੇ ਆਖਰ ਨੂੰ ਇੱਕ ਲੋਕ ਪੱਖੀ ਸਿਆਸੀ ਪ੍ਰੋਗਰਾਮ ਤੱਕ ਪਹੁੰਚਣਾ ਹੁੰਦਾ। ਤੇ ਅਸੀਂ ਕਹਿੰਦੇ ਹਾਂ ਵੀ ਜਿਹੜਾ ਉਹ ਸਿਆਸੀ ਪ੍ਰੋਗਰਾਮ ਹੈ ਲੋਕਾਂ ਬੜੇ ਸੰਖੇਪ ਦੇ ਵਿੱਚ ਇੱਕ ਦੋ ਸਵਾਲ ਨੇ। ਇਹ ਦੇਖੋ, ਇੱਕ ਸਵਾਲ ਮੈਂ ਕਹਿੰਦਾ ਰਹਿ ਨਾ ਜਾਵੇ ਕਿਉਂਕਿ ਇੰਟਰਵਿਊ ਆਪਣੀ ਨੇੜੇ ਪਹੁੰਚਣ ਲੱਗੀ ਆ। ਦਲਿਤ ਮਸਲੇ ਨੂੰ ਬਹੁਤ ਸਾਰੀਆਂ ਲੈਫਟ ਜਥੇਬੰਦੀਆਂ ਵੀ ਨਵੇਂ ਢੰਗ ਨਾਲ ਐਡਰੈਸ ਕਰਨ ਲੱਗੀਆਂ ਨੇ ਵੀ ਉਹ ਜਿਹੜੀ ਪੁਰਾਣੀ ਇੱਕ ਸੀਗੀ ਵੀ ਸਿਰਫ ਆਰਥਿਕ ਮੰਗਾਂ ਤੱਕ ਜਾਂ ਆਰਥਿਕ ਢਾਂਚੇ ਤੱਕ ਨਹੀਂ, ਉਹਨੂੰ ਕਾਸਟ ਨੂੰ ਵੀ ਇਸ਼ੂ ਮੰਨਣ ਲੱਗੀਆਂ ਨੇ। ਇਸ ਕਿਸਾਨੀ ਸੰਘਰਸ਼ ਦੇ ਵਿੱਚ ਚੰਦਰ ਸ਼ੇਖਰ ਵੀ ਆ ਜਾਂਦਾ ਹੈਗਾ, ਹੋਰ ਕਿ ਪੰਜਾਬ ਦੇ ਵਿੱਚ ਦਲਿਤ ਤਬਕੇ ਵੱਲੋਂ ਸਪੋਰਟ ਮਿਲਦੀ ਆ। ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਦੋਂ ਇੱਕ ਡੇਰਾਵਾਦ ਵਰਗਾ ਇਸ਼ੂ ਆਉਂਦਾ ਉਦੋਂ ਕਿਸਾਨੀ ਤਬਕਾ ਹੀ ਜਿਹੜੇ ਬੰਦੇ ਯੂਨੀਅਨਾਂ ਵਿੱਚ ਜਾਂਦੇ ਨੇ, ਮੈਂ ਉਹ ਵੀ ਦੇਖੇ ਨੇ ਬਾਈਕਾਟ ਕਰਦੇ ਹੋਏ ਜਥੇਦਾਰ ਦੇ ਕਹਿਣ ਉੱਤੇ। ਹੁਣ ਆਹ ਜਿਹੜਾ ਰਿਸ਼ਤਾ ਹੈਗਾ ਦਲਿਤ ਦਾ ਰਿਸ਼ਤਾ, ਇਹਨੂੰ ਐਡਰੈਸ ਕਿਵੇਂ ਹੋ ਸਕਦਾ ਹੈਗਾ, ਕਿਉਂਕਿ ਇੱਥੇ ਤਾਂ ਏਕਤਾ ਹੁਣ ਦਿਖਣ ਲੱਗੀ ਇਸ ਅੰਦੋਲਨ ਦੇ ਵਿੱਚ ਤਾਂ। ਹਾਂ ਦੇਖੋ, ਇਹਦੇ 'ਚ ਦੋਨੇ ਤਰ੍ਹਾਂ ਦੇ ਐਕਸਪੀਰੀਅੰਸ ਨੇ। ਹੁਣ ਤੱਕ ਦੀ ਪੰਜਾਬ ਦੀ ਕਿਸਾਨ ਲਹਿਰ ਦਾ ਇਹ ਐਕਸਪੀਰੀਅੰਸ ਵੀ ਹੈਗਾ ਵੀ ਉਹ ਆਪ ਅੰਦੋਲਨਾਂ 'ਚ ਹੋ ਕੇ ਜਦੋਂ ਦਲਿਤਾਂ ਤੇ ਭੀੜ ਪਈ ਜਾਂ ਦਲਿਤਾਂ ਨਾਲ ਕੋਈ ਟਕਰਾਅ ਬਣਿਆ ਉਹਦੇ ਉਲਟ ਖੜ ਗਏ, ਤੇ ਨਾਲੇ ਪੈਰਲਲੀ ਇਹ ਐਕਸਪੀਰੀਅੰਸ ਵੀ ਹੈਗਾ ਵੀ ਜਿਹੜੀ ਜਥੇਬੰਦ ਕਿਸਾਨ ਤਾਕਤ ਹੈ ਉਹ ਦਲਿਤਾਂ ਵਾਸਤੇ ਆਸਰਾ ਬਣ ਕੇ ਆਈ, ਚਾਹੇ ਜਲੂਰ 'ਚ ਬਣੀ, ਚਾਹੇ ਉਹ ਡੇਰਾ ਸਰਸਾ ਵਾਲੇ ਕਾਂਡ ਵੇਲੇ 2006 ਦੇ ਵਿੱਚ ਜਦੋਂ ਉਹ ਵਾਪਰਿਆ ਉਸ ਵੇਲੇ ਵੀ ਬਣੀ। ਬਹੁਤ ਸਾਰੇ ਥਾਵਾਂ ਤੇ ਅਮਨ ਮਾਰਚ ਹੋਏ, ਡੇਰਾ ਪ੍ਰੇਮੀ ਜਿਹੜੇ ਪੀੜਤ ਮਹਿਸੂਸ ਕਰਦੇ ਸੀ, ਜਿਨ੍ਹਾਂ ਨੂੰ ਇੱਕ ਤਰ੍ਹਾਂ ਐਂ ਲੱਗਦਾ ਸੀ ਵੀ ਅਸੀਂ ਹਮਲੇ ਹੇਠ ਆ ਗਏ, ਉਹਨਾਂ ਵਾਸਤੇ ਡਿਫੈਂਸ ਵੀ ਬਣੇ ਤੇ ਅਮਨ ਸ਼ਾਂਤੀ ਬਹਾਲ ਕਰਨ ਵਾਸਤੇ ਉਹ ਮੈਦਾਨ 'ਚ ਵੀ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਵੀ ਜਿਹੜੀ ਜਥੇਬੰਦ ਕਿਸਾਨ ਲਹਿਰ ਹੈ ਉਹ ਕਿਹਨਾਂ ਲੀਹਾਂ ਤੇ ਉਸਰੀ ਹੋਈ ਹੈ, ਉਹਦਾ ਆਪਦਾ ਫਰੇਮ ਕੀ ਹੈ, ਉਹਦਾ ਨਜ਼ਰੀਆ ਕੀ ਹੈ, ਜਿਹਦਾ ਮਤਲਬ ਕੀ ਹੈ ਵੀ ਜੇ ਉਹ ਕਿਸਾਨ ਲਹਿਰ ਖੇਤ ਮਜ਼ਦੂਰ ਨੂੰ ਆਪਦੇ ਇੱਕ ਮਹੱਤਵਪੂਰਨ ਸੰਗੀ ਵਜੋਂ ਚਿਤਵਦੀ ਹੈ, ਜੇ ਉਹ ਐਂ ਚਿਤਵਦੀ ਹੈ ਵੀ ਦੁਸ਼ਮਣ ਦੇ ਖਿਲਾਫ ਜੇ ਲੜਨਾ, ਜਿਹੜਾ ਸਾਡਾ ਵੱਡਾ ਦੁਸ਼ਮਣ ਹੈ, ਚਾਹੇ ਕਾਰਪੋਰੇਟ ਹੈ, ਚਾਹੇ ਵੱਡੇ ਜ਼ਗੀਰਦਾਰ ਨੇ, ਸਾਮਰਾਜ ਹੈ, ਜੇ ਉਹਦੇ ਖਿਲਾਫ ਲੜਨਾ ਤਾਂ ਇਹ ਖੇਤ ਮਜ਼ਦੂਰ ਤਾਂ ਸਾਡੇ ਸਾਥੀ ਨੇ। ਇਹਨਾਂ ਨਾਲ ਰਲ ਕੇ ਤਾਂ ਅਸੀਂ ਨਾ ਸਿਰਫ ਵੱਡੇ ਜ਼ਗੀਰਦਾਰਾਂ ਦੀਆਂ ਜ਼ਮੀਨਾਂ ਵਡਾਉਣੀਆਂ, ਇਹਨਾਂ ਨਾਲ ਰਲ ਕੇ ਹੀ ਅਸੀਂ ਜਿਹੜਾ ਇਹਨਾਂ ਦੇ ਜ਼ਮੀਨ ਦਾ ਅਧਿਕਾਰ ਪਗਾਉਣਾ ਹੈ ਤੇ ਸਾਮਰਾਜ ਤੋਂ ਮੁਕਤੀ ਹਾਸਲ ਕਰਨੀ ਹੈ। ਜਦੋਂ ਐਂ ਚਿਤਵਦੇ ਆ ਫਿਰ ਉਹ ਜਿਹੜੀਆਂ ਇਹ ਜਿਹੇ ਛੋਟੇ ਟਕਰਾਅ ਹੁੰਦੇ ਆ, ਠੀਕ ਹੈ ਕਿ ਜਾਤ ਪਾਤ ਦਾ ਟਕਰਾਅ ਹੈਗਾ, ਹਕੀਕਤ ਹੈ, ਇਹਨੂੰ ਪਰ ਨਜਿੱਠਿਆ ਜਾਂਦਾ, ਇਹਨੂੰ ਹੱਲ ਕੀਤਾ ਜਾਂਦਾ। ਉਹ ਹੱਲ ਕੀਤਾ ਗਿਆ ਪੰਜਾਬ 'ਚ, ਪਰ ਉਹ ਹਲੇ ਛੋਟੇ ਪੈਮਾਨੇ ਦਾ ਤਜਰਬਾ ਹੈ। ਕੁਝ ਬੰਦੇ ਐਂ ਵੀ ਕਹਿੰਦੇ ਵੀ ਦੇਖੋ ਜੀ ਜਦੋਂ ਸਮਾਜਵਾਦ ਆਉਣਾ ਹੋਵੇ ਤਾਂ ਸਾਰੀ ਪ੍ਰਾਪਰਟੀ ਸਾਂਝੀ ਹੋਣੀ ਆ, ਫਿਰ ਇਹ ਜ਼ਮੀਨਾਂ ਨਾਲ ਜ਼ਮੀਨਾਂ ਪਿੱਛੇ ਲੜੀ ਜਾਂਦੇ ਨੇ। ਹਾਂ, ਜਿਹੜਾ ਸਮਾਜਵਾਦ ਹੈ ਉਹਦਾ ਕਾਰਨ ਇਹ ਵੀ ਉਹ ਸਮਾਜ ਦੀ ਕਾਫੀ ਅੱਗੇ ਦੀ ਸਟੇਜ ਐਸ ਸਮਾਜ ਦੇ ਅੰਦਰ ਹੈ ਜਿੱਥੇ ਹਲੇ ਜ਼ਮੀਨਾਂ ਦੀ ਵੰਡ ਦਾ ਸਵਾਲ ਖੜਾ ਹੈ, ਜਿੱਥੇ ਜਾਤ ਪਾਤ ਦਾ ਸਵਾਲ ਖੜਾ ਹੈ। ਇਹਦੇ 'ਚ ਆਏ ਸਮਾਜਵਾਦ ਦੀ
ਸਿੱਧੇ ਤੌਰ ਤੇ ਉਸਾਰੀ ਨਹੀਂ ਹੋਣੀ। ਪਹਿਲਾਂ ਇਸ ਸਮਾਜ ਦਾ ਜਮਹੂਰੀਕਰਨ ਹੋਣਾ। ਜਮਹੂਰੀਕਰਨ ਜ਼ਮੀਨ ਦੇ ਹੱਕ ਨਾਲ ਜੁੜਿਆ ਹੋਇਆ। ਇਹ ਜਦੋਂ ਹੋਊਗਾ ਸਮਾਜਵਾਦ ਉਸ ਤੋਂ ਅੱਗੇ ਦੀ ਸਟੇਜ ਆ। ਇਹਦੇ ਬਾਰੇ ਵੀ ਕਈ ਲੈਫਟ ਵਾਲੇ ਸੋਚਦੇ ਨੇ ਵੀ ਇਹ ਕਿਹੜੀ ਸਟੇਜ 'ਚ ਆ, ਜਮਹੂਰੀ ਸਟੇਜ ਵਿੱਚ ਆ ਜਾਂ ਫਲਾਨੀ ਸਟੇਜ 'ਚ ਆ, ਉਹ ਹਰੇਕ ਦਾ ਇੱਕ ਵੱਖਰਾ ਨਜ਼ਰੀਆ ਹੋ ਸਕਦਾ। ਹਾਂ, ਉਹਦੇ ਤੇ ਆਡਡ ਹੈਗੇ ਨੇ, ਵਿਚਾਰ ਵਖਰੇਵੇਂ ਹੈਗੇ ਨੇ। ਅੱਛਾ, ਬਹੁਤ ਘੱਟ ਸਮਾਂ ਸੀ, ਕੋਈ ਗੱਲ ਰਹਿ ਗਈ ਹੋਵੇ ਪਵੇਲ, ਤੁਸੀਂ ਕਰ ਸਕਦੇ ਹੋ ਵੀਰੇ। ਬਸ ਆਖਰ ਦੇ ਉੱਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਪੰਜਾਬ ਦੇ ਜਿਹੜੇ ਲੋਕ ਹੈ, ਜਿਵੇਂ ਉਹਨਾਂ ਨੇ ਇਸ ਅੰਦੋਲਨ ਨੂੰ ਲਿਆ ਹੈ, ਮੇਰਾ ਸਰੋਕਾਰ ਇਹ ਹੈ ਵੀ ਉਹ ਇੱਕ ਤਰ੍ਹਾਂ ਇਹ ਅੰਦੋਲਨ ਭਾਵਨਾ ਦੇ ਪੱਧਰ ਤੇ ਪਹੁੰਚ ਗਿਆ, ਮੰਗਾਂ ਨਾਲੋਂ ਵੱਧ ਭਾਵਨਾ ਬਣ ਗਈ ਵੀ ਮੋਦੀ ਦੀ ਗੋਡੀ ਲਵਾਉਣੀ ਹੈ ਤੇ ਪੰਜਾਬ ਦੇ ਤੇ ਲੋਕਾਂ ਨੇ ਆਪਦਾ ਹੱਕ ਪਗਾਉਣਾ। ਇਹ ਬਹੁਤ ਚੰਗੀ ਗੱਲ ਹੈ, ਇਹਦੀ ਬਹੁਤ ਜ਼ਿਆਦਾ ਲੋੜ ਸੀ ਇਸ ਮਾਹੌਲ ਦੇ ਵਿੱਚ। ਪਰ ਇਹਦੇ ਨਾਲ ਕਿਸਾਨਾਂ ਨੂੰ, ਵੱਖ-ਵੱਖ ਤਬਕਿਆਂ ਨੂੰ ਆਪਦੀਆਂ ਮੰਗਾਂ ਬਾਰੇ, ਆਪਦੇ ਮੁੱਦਿਆਂ ਬਾਰੇ ਬਹੁਤ ਜ਼ਿਆਦਾ ਸਪਸ਼ਟਤਾ ਦੀ ਲੋੜ ਹੈ। ਹਾਲੇ ਵੀ ਇਸ ਅੰਦੋਲਨ ਦੇ ਅੰਦਰ ਇਸ ਸਪਸ਼ਟਤਾ ਦੀ ਘਾਟ ਹੈ। ਜੇ ਇਹ ਸਪਸ਼ਟਤਾ ਦੀ ਘਾਟ ਰਹੂਗੀ, ਜਿਵੇਂ ਨਾਅਰੇ ਨੇ, ਜਿਵੇਂ ਵੀ ਕਾਨੂੰਨ ਰੱਦ ਹੋਣ, ਇਹ ਇੱਕ ਨਕਾਤੀ ਪ੍ਰੋਗਰਾਮ ਵਜੋਂ ਪੇਸ਼ ਹੋ ਰਹੀ ਗੱਲ ਹੈ। ਇੱਕ ਪਾਸਿਓਂ ਚੰਗੀ ਗੱਲ ਹੈ ਬਹੁਤ, ਪਰ ਦੂਜੇ ਪਾਸੇ ਇਹਦੀ ਸੀਮਤ ਹੀ ਹੈ ਵੀ ਕਾਨੂੰਨ ਰੱਦ ਹੋ ਕੇ ਕੀ ਹੋਵੇ। ਉਦੋਂ ਪਹਿਲਾਂ ਵੀ APMC ਐਕਟ ਸੋਧਿਆ ਜਾ ਚੁੱਕਿਆ, ਉਦੋਂ ਪਹਿਲਾਂ ਕੀ ਸਥਿਤੀ ਹੈ। ਇਸ ਕਰਕੇ ਜਿਹੜੀਆਂ ਇਹਦੇ ਵਿੱਚੋਂ ਪੈਦਾ ਹੋਣ ਵਾਲੀਆਂ ਮੰਗਾਂ, ਉਹਨਾਂ ਮੰਗਾਂ ਬਾਰੇ ਸਪਸ਼ਟਤਾ ਹਾਸਲ ਕਰਨੀ। ਉਸ ਤੋਂ ਅੱਗੇ ਵੀ ਇਹਦੇ 'ਚ ਕਿਹੜੀਆਂ ਸਾਡੀਆਂ ਦੁਸ਼ਮਣ ਫੋਰਸਸ ਹੈ, ਕਿਹੜੀਆਂ ਲੋਕਾਂ ਦੀਆਂ, ਕਿਸਾਨਾਂ ਦੀਆਂ ਜਾਂ ਸਾਰੇ ਲੋਕਾਂ ਦੀਆਂ ਆਪਦੀਆਂ ਜਿਹੜੀਆਂ ਸ਼ਕਤੀਆਂ, ਉਹਦੇ ਬਾਰੇ ਸਪਸ਼ਟਤਾ ਹਾਸਲ ਕਰਨੀ। ਇਹਦੀ ਦਿਸ਼ਾ ਕੀ ਹੋਵੇ, ਜਿਵੇਂ ਮੈਂ ਕਿਹਾ ਵੀ ਇਹਨੂੰ ਧਰਮਾਂ ਤੇ ਜਾਤਾਂ ਦੇ ਬਖੇੜਿਆਂ ਤੋਂ ਦੂਰ ਰੱਖਣਾ, ਇਹਨੂੰ ਜਿਹੜੇ ਉਹ ਵੱਖ-ਵੱਖ ਤਰ੍ਹਾਂ ਦੇ ਭਟਕਾਊ ਜਿਹੜੇ ਹਾਕਮ ਜਮਾਤਾਂ ਦੇ ਨਾਅਰੇ ਆਉਂਦੇ ਉਹ ਤੋਂ ਬਚਾ ਕੇ ਰੱਖਣਾ। ਉਹ ਵੀ ਤਾਂ ਹੀ ਬਚਿਆ ਜਾ ਸਕਦਾ ਜੇ ਮੰਗਾਂ ਬਾਰੇ, ਇਸ ਚੌਕਟੇ ਬਾਰੇ ਸਪਸ਼ਟਤਾ। ਇਸ ਕਰਕੇ ਮੇਰਾ ਕਹਿਣਾ ਹੈ ਵੀ ਕਾਫੀ ਕੰਮ ਇਸ ਅੰਦੋਲਨ ਨੇ ਕਰ ਲਿਆ, ਪਰ ਇਹਦੇ ਅੰਦਰ ਹਲੇ ਹੋਰ ਬਹੁਤ ਕੰਮ ਕੀਤਾ ਜਾਣਾ ਬਾਕੀ ਹੈ। ਤੇ ਜਿਹੜੇ ਚੇਤਨ ਤੇ ਸਮਝਦਾਰ ਲੋਕ ਹੈ, ਉਹਨਾਂ ਨੂੰ ਜਿਹੜੀ ਇਹ ਅੰਦੋਲਨ ਦੇ ਅੰਦਰ ਇਹ ਚੇਤਨਾ ਫੈਲਾਉਣੀ ਹੁੰਦੀ ਹੈ, ਉਹ ਕਾਰਜ ਕਰਨਾ ਚਾਹੀਦਾ। ਅੱਛਾ, ਇੱਕ ਸਵਾਲ ਐਂਡ ਦੇ ਵਿੱਚ ਮੈਨੂੰ ਇੱਕ ਮੇਰੀ ਔਰਤ ਦੋਸਤ ਨੇ, ਮਹਿਲਾ ਦੋਸਤ ਨੇ ਸਵਾਲ ਕੀਤਾ ਕਿ ਨੌਨ ਪੰਜਾਬੀ ਹੈ ਵੀ ਜਦੋਂ ਨਾਅਰੇ ਲੱਗਦੇ ਨੇ ਅਸੀਂ ਦਿੱਲੀ ਨੂੰ ਵਿਆਹੁਣ ਚੱਲੇ ਹਾਂ, ਅਸੀਂ ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਉਹਨੂੰ ਇਹ ਲੱਗਦਾ ਕਿ ਜਿਵੇਂ ਇਹ ਕਿਸਾਨ ਅੰਦੋਲਨ ਨਾ ਕਿਤੇ ਨਾ ਕਿਤੇ ਮੈਨੂੰ ਅੱਖਾਂ ਦਿਖਾ ਰਿਹਾ ਹੋਰ ਤਰ੍ਹਾਂ ਦੀਆਂ, ਬਈ ਇਹਦੇ ਵਿੱਚ ਇਹਨਾਂ ਦੇ ਐਲੀਮੈਂਟ ਹੈ। ਇਹ ਹੁਣ ਜਿਹੜੇ ਇਹ ਐਲੀਮੈਂਟ ਜਿਹੜੇ ਕਿ ਕਈ ਸਾਰੀ ਪਿੱਤਰ ਸੱਤਾ ਉੱਦਾਂ ਪਈ ਹੈਗੀ ਆ, ਆਪਾਂ ਪਹਿਲਾਂ ਵੀ ਇੱਕ ਸਵਾਲ ਦੇ ਵਿੱਚ ਗੱਲ ਕੀਤੀ ਸੀ, ਇੱਦਾਂ ਦੇ ਜਿਹੜੇ ਨਾਅਰੇ ਨੇ ਜੋ ਕਿ ਸ਼ਾਇਦ ਕੋਈ ਵਧੀਆ ਹਿਤਕਾਰੀ ਨਹੀਂ ਹੋ ਸਕਦੇ, ਉਹਨਾਂ ਬਾਰੇ ਕੀ ਕਹੋਗੇ? ਨਹੀਂ, ਹਾਂ, ਇਹ ਤਾਂ ਅਸਲ 'ਚ ਉਸ ਗੱਲ ਦਾ ਪ੍ਰਗਟਾਵਾ ਹੈ ਵੀ ਜੋ ਸਾਡੇ ਸਮਾਜ ਦੇ ਅੰਦਰ ਮਾਨਸਿਕਤਾ ਲੋਕਾਂ ਦੀ, ਉਹ ਤਾਂ ਜਦੋਂ ਫਿਊਡਲ ਮਾਨਸਿਕਤਾ, ਜਦੋਂ ਜਿਹੋ ਜਿਹੇ ਲੋਕ ਹੈ ਉਹ ਉਹੇ ਜਿਹੇ ਉਵੇਂ ਹੀ ਐਜ਼ ਇਟ ਇਜ਼ ਉਵੇਂ ਹੀ ਅੰਦੋਲਨ 'ਚ ਆਉਂਦੇ ਆ, ਤੇ ਉਹਨਾਂ ਨੂੰ ਚੇਂਜ ਕਰਨਾ ਵੀ ਇੱਕ ਜਥੇਬੰਦੀਆਂ ਦਾ ਜਾਂ ਜਿਹੜਾ ਲੰਬੇ ਸੰਘਰਸ਼ਾਂ ਦੇ ਵਿੱਚ ਉਹ ਹੁੰਦਾ ਆਇਆ ਵਾ, ਤੇ ਇੱਥੇ ਵੀ ਫਰਜ਼ ਬਣ ਜਾਂਦਾ ਹੈ। ਬਿਲਕੁਲ, ਇਹ ਬਹੁਤ ਵੱਡਾ ਕੰਮ ਹੁੰਦਾ। ਇਸੇ ਕਰਕੇ ਤਾਂ ਚੇਤਨਾ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ। ਸਿਰਫ ਗੱਲ ਆਰਥਿਕ ਮੰਗਾਂ ਰਾਹੀਂ ਹੱਲ ਨਹੀਂ ਹੋ ਸਕਦੀ ਹੁੰਦੀ। ਉਹ ਚੇਤਨਾ ਹੈ ਜਿਹੜੀ, ਉਹ ਵੀ ਲੋਕਾਂ ਦੇ ਅੰਦਰ ਉਹਦਾ ਸੰਚਾਰ ਕੀਤਾ ਜਾਂਦਾ। ਲੀਡਰਸ਼ਿਪਾਂ ਉਹ ਚੇਤਨਾ ਨੂੰ ਪ੍ਰਣਾਈਆਂ ਹੁੰਦੀਆਂ, ਫਿਰ ਉਹ ਅੱਡ-ਅੱਡ ਮੌਕੇ ਬਣਾਉਂਦੇ ਆ। ਉਹਨਾਂ ਮੌਕਿਆਂ ਦੇ ਉੱਤੇ ਜਿਵੇਂ ਅਗਲੇ ਉਹਨੂੰ ਜੋੜ ਕੇ ਦਿਖਾਉਣਾ ਵੀ ਜੇ ਤੁਸੀਂ ਐਂ ਕਰੋਗੇ, ਫੌਰੀ ਤੌਰ ਤੇ ਤੁਹਾਨੂੰ ਐਂ ਕਹਿਣਾ ਪਊਗਾ ਵੀ ਇਹਦਾ ਨੁਕਸਾਨ ਹੈ। ਜੇ ਤੁਸੀਂ ਨੁਕਸਾਨ ਨਾਲੋਂ ਤੋੜ ਕੇ ਸਮਝਾਓ ਵੀ ਐਂ ਕਰਨਾ ਹੁੰਦਾ, ਐਂ ਕਰਦੇ, ਤਾਂ ਇੱਕ ਵਾਧੂ ਦੀ ਸਿੱਖਿਆ ਦਾ ਇੱਕ ਜੀ ਗੱਲ ਬਣ ਜਾਂਦੀ, ਉਹਨੂੰ ਕੋਈ ਨਹੀਂ ਸੁਣਦਾ, ਉਪਦੇਸ਼ ਨਹੀਂ ਚੱਲਦਾ। ਜਦੋਂ ਲੋਕ ਦੇਖਦੇ ਆ ਵੀ ਅੱਛਾ ਐਂ ਕਰਨ ਦਾ ਹਰਜ ਹੋਊਗਾ, ਸਾਡੀ ਬਾਹਰ ਪੇਸ਼ਕਾਰੀ ਕੀ ਹੋਊ, ਸਾਡੀ ਔਰਤਾਂ ਅੱਧ ਬਣਦਾ, ਐਡੀ ਤਾਕਤ ਬਣਦੀ ਹੈ, ਜੇ ਅਸੀਂ ਇਹਨੂੰ ਇਹਦੇ ਵਿੱਚੋਂ ਮਤਲਬ ਖੂੰਜੇ ਲਾਤਾ, ਅਸੀਂ ਲੜਕੀ ਲਵਾਂਗੇ। ਲੋਕਾਂ ਨੂੰ ਪੱਧਰ ਤੇ ਜਾ ਕੇ ਸਮਝਾਉਣ ਦਾ ਕਾਰਜ ਹੁੰਦਾ। ਇਹ ਜਥੇਬੰਦੀਆਂ ਨੂੰ ਕਰਨਾ ਪਊਗਾ, ਇਹਦੇ ਬਿਨਾਂ ਚੱਲੇ ਹੀ ਨਹੀਂ ਜਾ ਸਕਦਾ। ਲੰਮਾ ਇਹ ਮਿਹਨਤ ਦਾ ਕੰਮ ਹੈਗਾ। ਬਹੁਤ ਬਹੁਤ ਸ਼ੁਕਰੀਆ ਪਵੇਲ, ਤੁਸੀਂ ਉਹ ਗੱਲਾਂ ਹੋਈਆਂ ਇਸ ਸੰਘਰਸ਼ ਦੇ ਵਿੱਚ, ਕਈ ਸਾਰੀਆਂ ਗੱਲਾਂ ਹੋਈਆਂ। ਮੈਨੂੰ ਲੱਗਦਾ ਕਿ ਕਈ ਗੱਲਾਂ ਨਾ ਜੋ ਹੋਣੀਆਂ ਚਾਹੀਦੀਆਂ, ਸ਼ਾਇਦ ਮੀਡੀਆ ਵਿੱਚ ਤਾਂ ਵੈਸੇ ਹੀ ਕਿਸਾਨੀ ਲਈ ਸਪੇਸ ਹੋਣਾ, ਕਿਸਾਨ ਅੰਦੋਲਨ ਲਈ ਖਤਮ ਹੈ। ਮੈਨੂੰ ਸੀ ਵੀ ਇਸ ਬਹਾਨੇ ਕੁਝ ਇੱਦਾਂ ਦੀਆਂ ਗੱਲਾਂ ਕਰ ਲਈਆਂ ਜਾਵੇ ਜੋ ਕਿਸਾਨ ਧਿਰਾਂ ਲਈ ਵੀ ਸਬਕ ਹੋਣ, ਤੇ ਜੋ ਲੋਕ ਇਹਨੂੰ ਦੇਖ ਰਹੇ ਨੇ ਬਹੁਤ ਨੀਚ ਦੇ ਨਾਲ, ਉਹ ਵੀ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰਨ। ਇਹਨੂੰ ਸ਼ੁਕਰੀਆ ਦੋਸਤੋ।